ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਗੁਰ ਕਹਿ ਹਮਰੇ ਕਾਜ ਨਹਿ ਦੇਹੋ ਗਰੀਬਨ ਜਾਏ। ਤ੍ਰਿਪਤ ਸਰਬ ਵਸਤੂਨ ਸੋ ਹਮਕੋ ਚਾਹੇ ਨਾ ਕਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਰੱਬੀ ਬਾਣੀ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਆਪ ਜੀ ਇਸ ਵਕਤ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਕਰਦਿਆਂ ਸਤਿਗੁਰੂ ਜੀ ਭੁਟੰਤ ਭੂਟਾਨ ਆਦਿਕ ਨਗਰਾਂ ਵਿੱਚ ਪਹੁੰਚੇ ਨੇ। ਜਿਨ੍ਹਾਂ ਨੂੰ ਪਰਮੇਸ਼ਰ ਦੀ ਭਗਤੀ ਦਾ, ਅਕਾਲ ਪੁਰਖ ਦੀ ਬੰਦਗੀ ਦਾ ਕੋਈ ਬੋਧ ਨਹੀਂ, ਉਹਨਾਂ ਨੂੰ ਬੰਦਗੀ ਵਾਲੇ ਪਾਸੇ ਪ੍ਰੇਰਿਆ। ਨਾਮ ਜਪਣ ਦੀ ਪ੍ਰੇਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ।
ਕਿ ਨਾਮ ਜਪੋ, ਨਾਮ ਧਿਆਵੋ, ਨਾਮ ਅਰਾਧੋ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੁਹਾਡੀ ਕਲਿਆਣ ਨਹੀਂ ਹੋਣੀ। ਇਹ ਸਤਿਗੁਰੂ ਜੀ ਨੇ ਸਿਧਾਂਤ ਸਰਬ ਜੀਵਾਂ ਦੇ ਹਿਰਦਿਆਂ 'ਚ ਦ੍ਰਿੜ ਕਰਵਾਇਆ ਹੈ। ਇਹ ਰਾਜਾ ਸਤਿਗੁਰਾਂ ਦਾ ਸ਼ਰਧਾਲੂ ਹੋਇਆ, ਕਈ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ 'ਚ ਲਿਆਇਆ। ਮਹਾਰਾਜ ਜੀ ਨੇ ਆਖਿਆ, ਰਾਜਾ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ, ਕਿਸੇ ਗਰੀਬ ਨੂੰ ਨਿਮਾਣੇ ਨੂੰ ਦੇ ਦੇਈਂ, ਔਰ ਜਿਹੜਾ ਕੋਈ ਲੋੜਵੰਦ ਹੈ ਉਸ ਦੀ ਲੋੜ ਪੂਰੀ ਕਰ ਦੇ। ਆਓ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਸਾਖੀ ਸਰਵਣ ਕਰੀਏ। ਇਹ ਸਤਿਗੁਰਾਂ ਦੀ ਸਾਖੀ ਹੈ, ਗੁਰੂ ਕੀ ਸਿੱਖਿਆ ਹੈ, ਜਿਸ ਨੂੰ ਸੁਣ ਕੇ ਸਿੱਖ ਨੇ ਆਪਣੇ ਹਿਰਦੇ 'ਚ ਵਸਾਉਣਾ ਹੈ। ਸੁਣ ਸਾਖੀ ਮਨ ਜਪ ਪਿਆਰ। ਸਤਿਗੁਰਾਂ ਦੀ ਸਾਖੀ ਸੁਣ ਕੇ ਸਤਿਗੁਰਾਂ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ, ਪਿਆਰ ਪੈਦਾ ਹੁੰਦਾ ਹੈ। ਔਰ ਜਦੋਂ ਗੁਰੂ ਦਾ ਪ੍ਰੇਮ ਜਾਗਦਾ ਹੈ, ਉਹੀ ਪ੍ਰੇਮ ਪਰਮੇਸ਼ਰ ਦਾ ਸਾਖਸ਼ਾਤਕਾਰ ਕਰਵਾਉਂਦਾ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਆਓ ਸਰਵਣ ਕਰੀਏ ਗੁਰੂ ਚਰਨਾਂ ਵਿੱਚ ਮਹਾਰਾਜ ਜੀ ਦਾ ਪਾਵਨ ਇਤਿਹਾਸ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਗੁਰ ਕਹਿ ਹਮਰੇ ਕਾਜ ਨਹਿ, ਦੇਹੋ ਗਰੀਬਨ ਜਾਏ। ਸਤਿਗੁਰੂ ਜੀ ਕਹਿਣ ਲੱਗੇ, ਰਾਜਾ ਇਹ ਜਿਹੜੀਆਂ ਵਸਤੂਆਂ ਤੂੰ ਸਾਡੇ ਕੋਲ ਲਿਆਇਆ, ਇਹ ਸਾਡੇ ਕਿਸੇ ਕੰਮ ਦੀਆਂ ਨਹੀਂ। ਇਹ ਗਰੀਬਾਂ ਨੂੰ, ਨਿਮਾਣਿਆਂ ਨੂੰ, ਜਿਹੜੇ ਲੋੜਵੰਦ ਹਨ ਉਹਨਾਂ ਨੂੰ ਦੇ ਦੇ। ਤ੍ਰਿਪਤ ਸਰਬ ਵਸਤੂਨ ਸੋ ਹਮਕੋ ਚਾਹੇ ਨਾ ਕਾਏ। ਮਹਾਰਾਜ ਜੀ ਕਹਿੰਦੇ ਅਸੀਂ ਸਰਬ ਪ੍ਰਕਾਰ ਦੀਆਂ ਵਸਤੂਆਂ ਤੋਂ ਤ੍ਰਿਪਤ ਹਾਂ। ਹੇ ਰਾਜਾ ਸਾਨੂੰ ਕਿਸੇ ਪਦਾਰਥ ਦੀ, ਕਿਸੇ ਵੀ ਵਸਤੂ ਦੀ ਚਾਹਨਾ ਨਹੀਂ ਰਹੀ। ਖਾਲਸਾ ਜੀ ਇੱਕ ਐਸੀ ਉੱਤਮ ਤੇ ਸ੍ਰੇਸ਼ਟ ਅਵਸਥਾ ਹੈ ਜਿੱਥੇ ਪਹੁੰਚ ਕੇ ਕੋਈ ਕਾਮਨਾ, ਕੋਈ ਇੱਛਾ ਰਹਿ ਹੀ ਨਹੀਂ ਜਾਂਦੀ। ਕੈਸੀ ਰਸ ਵਾਲੀ ਸਵਾਦਲੀ ਅਵਸਥਾ ਹੋਵੇਗੀ, ਕਦੇ ਉਸ ਨੂੰ ਅਨੁਭਵ ਕਰਕੇ ਵੇਖੋ ਕਿ ਜਿੱਥੇ ਕੋਈ ਵੀ ਕਾਮਨਾ ਨਹੀਂ, ਨਿਰਇਛਤ, ਨਿਸ਼ਕਾਮ, ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਕੋਈ ਕਾਂਖਾ ਹੀ ਨਹੀਂ ਰਹੇ। ਇੱਥੋਂ ਤੱਕ ਕਿ ਉਸ ਅਵਸਥਾ 'ਚ ਪਹੁੰਚ ਕੇ ਨਾ ਖਾਣ ਦੀ ਇੱਛਾ, ਨਾ ਪਹਿਰਨ ਦੀ ਇੱਛਾ, ਨਾ ਸਵਣ ਦੀ ਇੱਛਾ, ਤਿੱਥੈ ਊਂਘ ਨਾ ਭੁੱਖ ਹੈ। ਸਤਿਗੁਰੂ ਜੀ ਸदैव ਹੀ ਉਸ ਅਵਸਥਾ 'ਚ ਰਹਿੰਦੇ ਹਨ। ਇਸ ਕਰਕੇ ਕਹਿੰਦੇ, ਹੇ ਰਾਜਾ ਅਸੀਂ ਸਰਬ ਪ੍ਰਕਾਰ ਦੀਆਂ ਵਸਤੂਆਂ ਤੋਂ ਤ੍ਰਿਪਤ ਹੋ ਗਏ ਹਾਂ। ਚੌਪਈ ਸ਼ਰਦਾ ਉਰ ਧਰ ਜੋਰੇ ਹੱਥ। ਇਹਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸ਼ਰਧਾ ਸਹਿਤ ਬੇਨਤੀ ਕੀਤੀ। ਬੋਲਿਓ ਬਚਨ ਬੋਹਰ ਨਰ ਨਾਥਾ। ਰਾਜਾ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਸੰਤ ਤੁਮੈ ਪਰਵਾਹੇ ਨਾ ਕੋਈ। ਮਹਾਰਾਜ ਜੀ ਤੁਸੀਂ ਹੋ ਸੰਤ, ਤੁਸੀਂ ਹੋ ਪਰਮੇਸ਼ਰ ਦੇ ਪਿਆਰੇ, ਤੁਹਾਨੂੰ ਕੋਈ ਚਾਹਨਾ ਨਹੀਂ, ਤੁਹਾਨੂੰ ਕੋਈ ਇੱਛਾ ਨਹੀਂ। ਮੇਰੋ ਇਸ ਬਿਦ ਭਲਾ ਨਾ ਹੋਈ। ਤੇ ਆਪ ਜੀ ਜਦੋਂ ਮੇਰੇ ਕੋਲੋਂ ਕੋਈ ਵਸਤੂ ਸਵੀਕਾਰ ਕਰੋਗੇ ਤਾਂ ਮੇਰਾ ਭਲਾ ਹੋਵੇਗਾ। ਜੇ ਤੁਸੀਂ ਕੋਈ ਵਸਤੂ ਨਾ ਸਵੀਕਾਰ ਕਰੋਗੇ ਤੇ ਮਹਾਰਾਜ ਜੀ ਮੇਰਾ ਇਸ ਤਰ੍ਹਾਂ ਭਲਾ ਨਹੀਂ ਹੋਣਾ। ਸੰਤ ਸਦੀਵ ਸਰਬ ਉਪਕਾਰੀ। ਕਿਉਂਕਿ ਸੰਤ ਸਦੀਵ ਪਰਉਪਕਾਰੀ ਹੁੰਦੇ ਨੇ, ਉਹ ਹਮੇਸ਼ਾ ਹੀ ਪਰਉਪਕਾਰ ਚਿਤਵਦੇ ਤੇ ਪਰਉਪਕਾਰ ਕਰਦੇ ਹਨ। ਕਰਹੋ ਭਲਾ ਲਿਹੋ ਭੇਟ ਹਮਾਰੀ। ਆਪ ਜੀ ਮੇਰਾ ਭਲਾ ਕਰੋ, ਮੇਰੇ ਕੋਲੋਂ ਇਹ ਭੇਟਾ ਆਪ ਜੀ ਪ੍ਰਵਾਨ ਕਰੋ। ਰਾਵਰ ਸ਼ਰਨ ਪਰਿਓ ਮੈਂ ਆਈ। ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਆ ਪਿਆ ਹਾਂ, ਤੁਹਾਡੀ ਪਨਾਹ ਵਿੱਚ ਆ ਪਿਆ ਹਾਂ। ਇਹ ਰਾਜਾ ਕਾਮੀ ਰਾਜਾ ਸੀ, ਭੁਟੰਤ ਦੇਸ਼ ਦਾ ਰਾਜਾ ਸੀ, ਭੂਟਾਨ ਦਾ ਵਿਭਚਾਰੀ ਸੀ। ਕੱਲ ਆਪ ਜੀ ਨੇ ਸੁਣੀ ਹੈ ਕਥਾ। ਨਗਰ ਨਿਵਾਸੀ ਗੁਰੂ ਸਾਹਿਬ ਦੇ ਸੇਵਕ ਹੋ ਗਏ ਸੀ, ਹੁਣੇ ਰਾਜਾ ਮਹਾਰਾਜ ਜੀ ਦੀ ਸ਼ਰਨ 'ਚ ਆਇਆ ਸੀ। ਇਤਨਾ ਵਿਭਚਾਰੀ ਸੀ, ਪਰ ਇਸਤਰੀਗਾਮੀ ਸੀ, ਔਰ ਭੈੜੀ ਮਲਨ ਦ੍ਰਿਸ਼ਟੀ ਹਮੇਸ਼ਾ ਆਪਣੇ ਅੰਦਰ ਰੱਖਦਾ ਸੀ।
ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਜੇ ਤੁਸੀਂ ਮੇਰੇ ਕੋਲੋਂ ਕੋਈ ਭੇਟਾ ਸਵਕਾਰ ਨਾ ਕਰੋਗੇ ਮੇਰਾ ਭਲਾ ਕਿਵੇਂ ਹੋਵੇਗਾ। ਆਪ ਜੀ ਕਿਰਪਾ ਕਰੋ ਮਹਾਰਾਜ, ਸੰਤ ਤਾਂ ਹਮੇਸ਼ਾ ਪਰਉਪਕਾਰੀ ਹੁੰਦੇ ਨੇ, ਮੇਰੇ ਤੇ ਵੀ ਪਰਉਪਕਾਰ ਕਰੋ। ਸੁਨੀ ਸ਼ਰੋਨ ਮੈਂ ਅਧਿਕ ਵਡਾਈ। ਮਹਾਰਾਜ ਜੀ ਮੈਂ ਤੁਹਾਡੀ ਬੜੀ ਵਡਿਆਈ ਨਗਰ ਨਿਵਾਸੀਆਂ ਦੇ ਲੋਕਾਂ ਦੇ ਮੁਖਾਂ ਤੋਂ ਸੁਣੀ ਹੈ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਜਦੋਂ ਰਾਜੇ ਨੇ ਇਸ ਤਰ੍ਹਾਂ ਨਿਮਰ ਹੋ ਕੇ ਬੇਨਤੀ ਕੀਤੀ, ਕਿਰਪਾ ਦੇ ਘਰ ਵਿੱਚ ਆਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਕਰਨ ਭਲਾ ਨਿਜ ਚਾਹੇ ਜੇ ਤੋਰੀ। ਮਹਾਰਾਜ ਜੀ ਕਹਿੰਦੇ, ਰਾਜਾ ਸੁਣ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਇਹ ਕੁਝ ਵਸਤੂਆਂ ਦੇ ਕੇ ਆ ਕੁਝ ਕੱਪੜੇ ਤੇ ਪੈਸੇ ਦੇ ਕੇ ਤੂੰ ਚਾਹੁੰਦਾ ਤੇਰਾ ਭਲਾ ਹੋ ਜੇ, ਏਦਾਂ ਗੱਲ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ, ਹੇ ਰਾਜਾ, ਜੇ ਤੂੰ ਆਪਣਾ ਭਲਾ ਲੋੜਦਾ, ਭਲਾ ਚਾਹੁੰਦਾ ਹੈ, ਤਜ ਵਿਚਾਰ ਜੋ ਪਾਪ ਕਮਾਵਤ। ਆ ਜਿਹੜਾ ਤੂੰ ਵਿਵਚਾਰ ਭੋਗਦਾ, ਪਰ ਇਸਤਰੀ ਗਾਮੀ ਹੁੰਨਾ ਹੈ, ਨਗਰ ਵਿੱਚ ਕਿਸੇ ਪੁਰਖ ਦਾ ਵਿਆਹ ਹੋਵੇ ਉਹਦੀ ਔਰਤ ਨੂੰ ਆਪਣੇ ਘਰ ਲੈ ਕੇ ਆਉਣਾ ਹੈ, ਇਹ ਜਿਹੜੀ ਵਿਵਚਾਰ ਦੀ ਬਿਰਤੀ ਹੈ, ਪਹਿਲਾਂ ਇਹਦਾ ਤਿਆਗ ਕਰ, ਇਸ ਪਾਪ ਕਰਮ ਦਾ ਤਿਆਗ ਕਰ। ਨਿਤ ਪਰ ਤ੍ਰਿਯ ਸੋ ਕੇਲ ਰਜਾਵਤ। ਜਿਹੜਾ ਤੂੰ ਪਰਤ੍ਰਿਆ ਗਾਮੀ ਹੁੰਨਾ, ਪਰ ਇਸਤਰੀ ਜਿਹੜਾ ਗਮਨ ਕਰਦਾ, ਇਹ ਵੱਡਾ ਭਾਰੀ ਵਜਰ ਪਾਪ ਹੈ, ਇਸ ਵਜਰ ਪਾਪ ਦਾ ਤਿਆਗ ਕਰ। ਜੇ ਤੂੰ ਤਜਹਿ ਮਾਨ ਬਚ ਹਮਰਾ। ਜੇ ਤੂੰ ਸਾਡਾ ਬਚਨ ਮੰਨ ਕੇ ਇਸ ਮਾੜੀ ਬਿਰਤੀ ਨੂੰ ਤਿਆਗ ਦੇਵੇਂ, ਆਪਣੀ ਇਸ ਭੈੜੀ ਤੇ ਮਲਨ ਆਦਤ ਦਾ ਤਿਆਗ ਕਰ ਦੇਵੇਂ, ਸਰਬ ਪ੍ਰਕਾਰ ਭਲਾ ਹੋਏ ਤੁਮਰਾ। ਤੇ ਫਿਰ ਤੇਰਾ ਸਰਬ ਪ੍ਰਕਾਰ ਨਾਲ ਭਲਾ ਹੋਵੇਗਾ। ਜੇ ਤੂੰ ਇਹ ਮਾੜੀ ਬਿਰਤੀ ਤਿਆਗ ਦਿੰਨਾ ਤਾਂ ਸਰਬ ਪ੍ਰਕਾਰ ਨਾਲ ਤੇਰਾ ਭਲਾ ਹੋਵੇਗਾ। ਅਪਰ ਪਦਾਰਥ ਕੀ ਜੇ ਚਾਹੀ। ਤੇ ਜੇ ਤੇਰੇ ਮਨ 'ਚ ਕੋਈ ਹੋਰ ਪਦਾਰਥ ਦੀ ਚਾਹਨਾ ਹੈ, ਕਿਸੇ ਹੋਰ ਪਦਾਰਥ ਦੀ ਇੱਛਾ ਹੈ, ਸੋ ਦਿਵਾਏ ਦੇ ਪ੍ਰਭ ਪਾਹੀ। ਉਹ ਵੀ ਦੱਸ ਦੇ, ਅਸੀਂ ਤੈਨੂੰ ਕਰਤਾਰ ਕੋਲੋਂ ਦਵਾ ਦਿੰਦੇ ਹਾਂ। ਪਰ ਪਹਿਲਾਂ ਸਾਡਾ ਬਚਨ ਇਹ ਮੰਨ ਕਿ ਆ ਜਿਹੜੀ ਮਾੜੀ ਬਿਰਤੀ ਹੈ, ਭੈੜੀ ਵਿਵਚਾਰੀ ਬਿਰਤੀ, ਇਹਦਾ ਤਿਆਗ ਕਰ। ਕੋਈ ਪਦਾਰਥ ਚਾਹੀਦਾ ਹੋਰ ਤਾਂ ਉਹ ਦੱਸ, ਉਹ ਤੈਨੂੰ ਕਰਤਾਰ ਕੋਲੋਂ ਅਸੀਂ ਦਵਾ ਦੇਵਾਂਗੇ। ਸੁਨ ਕਰ ਭੂਪਤ ਸ਼ਰਦ ਬਢਾਈ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜੇ ਦੇ ਮਨ 'ਚ ਸ਼ਰਧਾ ਵੱਧ ਗਈ। ਸਿੱਖ ਹੋਣ ਕੀ ਗਿਰਾ ਅਲਾਈ। ਸਤਿਗੁਰਾਂ ਦਾ ਸਿੱਖ ਬਣਨ ਵਾਸਤੇ, ਸੇਵਕ ਬਣਨ ਵਾਸਤੇ ਬੋਲਿਆ, ਕਹਿਣ ਲੱਗਾ, ਮਨ ਚੰਚਲ ਵਿਸ਼ਿਆਨ ਲਪਟਾਵਾ। ਮਹਾਰਾਜ ਜੀ ਮੇਰਾ ਮਨ ਚੰਚਲ ਹੈ, ਇਹ ਚੰਚਲ ਮਨ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੰਪਟ ਹੋ ਰਿਹਾ ਹੈ। ਤੀਰ ਰਸ ਕੇ ਕਬ ਨਹਿ ਤ੍ਰਿਪਤਾਵਾ। ਮਹਾਰਾਜ ਜੀ ਕਾਮ ਦੀ ਇਸ ਭਿਆਨਕ ਅਗਨੀ ਦੇ ਵਿੱਚ ਮੇਰਾ ਮਨ ਦਿਨ ਰਾਤ ਸੜਦਾ ਤੇ ਦਗਧ ਹੁੰਦਾ ਹੈ, ਔਰ ਇਸ ਰਸ ਨੂੰ ਲੈਂਦਾ ਮੇਰਾ ਮਨ ਰਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਨਿਤ ਪ੍ਰਤ ਲਾਲਸ ਬਧੈ ਬਧੇਰੀ। ਔਰ ਇਸ ਵਾਸ਼ਨਾ ਦੇ ਵਿੱਚ ਬੱਧਾ ਹੋਇਆ ਦਿਨ ਰਾਤ ਮੇਰੇ ਹਿਰਦੇ 'ਚ ਵਾਸ਼ਨਾ ਹੋਰ ਪ੍ਰਬਲ ਹੋ ਰਹੀ ਹੈ। ਜਿਉ ਈਂਧਨ ਤੇ ਅਗਨ ਕਨੇਰੀ। ਜਿਵੇਂ ਬਾਲਣ ਪੈਣ ਨਾਲ ਅੱਗ ਦੇ ਭਾਂਬੜ ਮਚਦੇ ਐ, ਮਹਾਰਾਜ ਜਿਵੇਂ ਜਿਵੇਂ ਮੈਂ ਵਿਵਚਾਰ ਭੋਗਦਾ, ਤਿਵੇਂ ਤਿਵੇਂ ਇਹ ਕਾਮ ਦੀ ਅਗਨੀ ਹੋਰ ਪ੍ਰਚੰਡ ਹੁੰਦੀ ਹੈ। ਨਿਜ ਉਪਦੇਸ਼ ਸੁਨਾਏ ਬਿਸਾਲਾ। ਮਹਾਰਾਜ ਆਪ ਜੀ ਕਿਰਪਾ ਕਰੋ, ਦਇਆ ਕਰੋ, ਇਸ ਵਿਕਾਰ ਤੋਂ ਮੇਰਾ ਖਹਿੜਾ ਛੁਡਾਓ ਗਰੀਬ ਨਵਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਆਪਣਾ ਉਪਦੇਸ਼ ਦੇ ਕੇ ਮੇਰਾ ਬਲਦਾ ਸੜਦਾ ਹਿਰਦਾ ਸ਼ਾਂਤ ਕਰ ਦੇਵੋ। ਮਮ ਮਨ ਮੋਰਹੁ ਗੁਰੂ ਕਿਰਪਾਲਾ। ਮਹਾਰਾਜ ਤੁਸੀਂ ਕਿਰਪਾਲੂ ਗੁਰੂ ਹੋ, ਦਇਆ ਕਰੋ, ਮੇਰਾ ਮਨ ਇਸ ਵਿਕਾਰ ਤੋਂ ਮੋੜ ਲਵੋ, ਮੇਰੇ ਮਨ ਨੂੰ ਤੁਸੀਂ ਆਪ ਕਿਰਪਾ ਕਰਕੇ ਮੋੜੋ। ਸੁਣ ਕੇ ਦੀਨ ਬੰਦ ਅਸ ਬਚਨਾ। ਜਦੋਂ ਰਾਜੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਦੀਨਾ ਬੰਧੂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀ ਬੇਨਤੀ ਸੁਣੀ। ਬੋਲੇ ਤਿਯ ਬਿਰਾਗ ਕੀ ਰਚਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਾਮ ਨੂੰ ਜਿੱਤਣ ਵਾਸਤੇ ਜਿਹੜਾ ਗੁਣ ਹੁੰਦਾ ਉਹਨੂੰ ਕਹਿੰਦੇ ਨੇ ਵਸਤੂ ਵਿਚਾਰ। ਵਸਤੂ ਵਿਚਾਰ ਜਿਹੜਾ ਗੁਣ ਹੈ ਉਹ ਮਹਾਰਾਜ ਜੀ ਦੱਸਣ ਲੱਗੇ ਹਨ, ਜਿਹਦੇ ਨਾਲ ਇਸ ਵਿਸ਼ੇ ਦੇ ਉੱਤੇ ਜਿੱਤ ਪ੍ਰਾਪਤ ਹੁੰਦੀ ਹੈ। ਇਹਦੇ ਮਨ ਵਿੱਚੋਂ ਇਸ ਕਾਮ ਦੇ ਰਸ ਤੋਂ ਉਪਰਾਮਤਾ ਪੈਦਾ ਕਰਨ ਲਈ, ਵੈਰਾਗ ਪੈਦਾ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭੋ ਨਿਰਪਤਿਯ ਮੈਂ ਕੋ ਵਥ ਨੀਕੀ। ਮਹਾਰਾਜ ਜੀ ਕਹਿੰਦੇ, ਰਾਜਾ ਦੱਸ, ਜਿਨ੍ਹਾਂ ਇਸਤਰੀਆਂ ਦੇ ਸੁਹੱਪਣ ਤੇ ਸਰੂਪ ਨੂੰ ਵੇਖ ਕੇ ਤੂੰ ਕਾਮੀ ਹੁੰਦਾ, ਉਸ ਇਸਤਰੀ ਦੇ ਸਰੀਰ ਵਿੱਚ ਹੈ ਕੀ? ਇਸਤਰੀ ਪੁਰਖ ਦੇ ਸਰੀਰ ਵਿੱਚ ਇਹ ਜਾਣ ਲਵੇ
ਔਰ ਪੁਰਖ ਇਸਤਰੀ ਦੇ ਰੂਪ ਦੇ ਵਿੱਚ ਜਾਣ ਲਵੇ। ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁ ਨ ਜਈਐ। ਉਹਦੇ ਤੋਂ ਇਲਾਵਾ ਆਪਣੀ ਇਸਤਰੀ ਆਪਣੇ ਪੁਰਖ ਤੋਂ ਇਲਾਵਾ ਬਾਕੀ ਦੇ ਪੁਰਖ ਤੇ ਇਸਤਰੀ ਦੇ ਸਰੂਪ ਵਿੱਚ ਕੀ ਨਜ਼ਰ ਆਉਣਾ ਚਾਹੀਦਾ ਵਸਤੂ ਵਿਚਾਰ ਦੁਆਰਾ, ਉਹ ਮਹਾਰਾਜ ਜੀ ਦੱਸ ਰਹੇ ਨੇ। ਕਹਿੰਦੇ ਰਾਜਾ ਤੂੰ ਇਸਤਰੀ ਦੇ ਵਿੱਚ ਕੀ ਵੇਖ ਕੇ, ਉਹਦੀ ਕਿਹੜਾ ਸੁਹੱਪਣ ਕਿਹੜੀ ਸੁੰਦਰਤਾ ਵੇਖ ਕੇ ਪ੍ਰਭਾਵਿਤ ਹੁੰਦਾ ਹੈ, ਸੁਣ ਧਿਆਨ ਦੇ ਨਾਲ ਉਹਦੇ ਵਿੱਚ ਕੀ ਹੈ। ਜਿਸੇ ਅਵਲੋਕ ਪ੍ਰੀਤ ਹੋਵੇ ਜੀ ਕੀ। ਇਸਤਰੀ ਦੇ ਕਿਹੜੇ ਅੰਗਾਂ ਨੂੰ ਵੇਖ ਕੇ, ਉਹਦੇ ਕਿਹੜੇ ਸਰੂਪ ਨੂੰ ਵੇਖ ਕੇ ਤੇਰੇ ਹਿਰਦੇ 'ਚ ਪ੍ਰੀਤ ਉਪਜਦੀ ਹੈ। ਜੇ ਲੋਚਨ ਕੈ ਕਮਲ ਸਮਾਨਾ। ਜਿਹੜੀਆਂ ਅੱਖਾਂ ਨੂੰ ਤੂੰ ਵੇਖ ਕੇ ਕਹਿਣਾ ਕਮਲ ਵਰਗੀਆਂ ਸੁੰਦਰ ਅੱਖਾਂ ਹਨ। ਕੀੜ ਬੈਤ ਜੈ ਪਿਖਤ ਗਿਲਾਨਾ। ਕਹਿੰਦੇ ਉਹਨਾਂ ਅੱਖਾਂ ਦੇ ਵਿੱਚ ਗਿੱਡ ਭਰਿਆ ਹੁੰਦਾ ਹੈ। ਜਦੋਂ ਉਹਨਾਂ ਅੱਖਾਂ ਦੇ ਵਿੱਚੋਂ ਗਿੱਡ ਵਹਿੰਦਾ ਹੋਵੇ ਤੇ ਵੇਖ ਕੇ ਗਿਲਾਨੀ ਆਉਂਦੀ ਹੈ ਨਾ ਰਾਜਾ, ਅਸਲ ਵਿੱਚ ਇਹੀ ਸੱਚਾਈ ਉਹਨਾਂ ਅੱਖਾਂ ਦੇ ਵਿੱਚ ਇਹੀ ਹੈ। ਬਾਹਰਲੇ ਨੇਤਰ ਵੇਖ ਕਰਕੇ ਤੂੰ ਕਹਿ ਦਿੰਦਾ ਵੀ ਕਮਲ ਸਰੀਖੇ ਸੁੰਦਰ ਨੇਤਰ ਨੇ, ਪਰ ਉਹਨਾਂ ਦੇ ਵਿੱਚ ਗਿੱਡ ਵਹਿੰਦਾ ਹੈ ਤੇ ਗਿੱਡ ਵਹਿੰਦਾ ਵੇਖ ਕੇ ਮਨ 'ਚ ਗਿਲਾਨੀ ਆਉਂਦੀ ਹੈ। ਫੇਰ ਬਿਲੋਕੈ ਜੇ ਤਿੰਨ ਮਾਹੀ। ਤੇ ਫਿਰ ਉਹਦੇ ਵਿੱਚ ਜਦੋਂ ਵੇਖਦਾ ਹੈ, ਮਿਜ ਨੀਰ ਬਿਨ ਔਰ ਸੋ ਨਾਹੀ। ਹੈ ਕੀ ਹੈ? ਮਿੱਝ ਹੈ, ਖੂਨ ਹੈ, ਰਕਤ ਹੈ, ਹੱਡ ਨੇ। ਉਦਾਂ ਰਕਤ ਪਿਆ ਹੋਵੇ, ਖੂਨ ਡੁੱਲਿਆ ਹੋਵੇ, ਹੱਡ ਪਏ ਹੋਣ, ਮਿੱਝ ਪਈ ਹੋਵੇ, ਵੇਖ ਕੇ ਗਿਲਾਨੀ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਨਾ ਸਰੀਰਾਂ ਵਿੱਚ ਇਹੀ ਕੁਝ ਹੈ ਨਾ, ਹੱਡ ਨੇ, ਮਿੱਝ ਹੈ, ਰਕਤ ਦੇ ਨਾਲ ਭਰੇ ਹੋਏ ਤੇ ਬਿਸ਼ਟਾ ਤੇ ਗੰਦਗੀ ਦੇ ਨਾਲ ਭਰੇ ਹੋਏ ਸਰੀਰ ਨੇ, ਉੱਤੋਂ ਚਮੜੇ ਦੇ ਨਾਲ ਲਪੇਟੇ ਹੋਏ ਨੇ। ਅਪਰ ਅੰਗ ਤਿਨ ਰੀਤ ਸੁਨੀਜੈ। ਬਾਕੀ ਦੇ ਜਿਹੜੇ ਅੰਗਾਂ ਨੂੰ ਵੇਖ ਕੇ ਤੂੰ ਕਹਿਣਾ ਸੁੰਦਰ ਨੇ, ਸੁਣ ਉਹਨਾਂ ਬਾਰੇ ਵੀ। ਚੰਦ ਸਰਸ ਕੋ ਬਦਨ ਕਹੀਜੈ। ਜਿਹੜੇ ਮੂੰਹ ਨੂੰ ਤੂੰ ਚੰਦਰਮਾ ਸਮਾਨ ਦੱਸਦਾ ਵੀ ਚੰਦਰਮਾ ਜੈਸੇ ਸੁੰਦਰ ਮੁਖੜੇ ਨੇ। ਚਰਬੀ ਰਕਤ ਲਪੇਟੇ ਓ ਚਾਮਾ। ਦਰਅਸਲ ਉਹ ਕੀ ਆ, ਚਰਬੀ ਨੂੰ ਤੂੰ ਚੰਮ ਨੇ ਲਪੇਟਿਆ ਹੋਇਆ, ਇਹੀ ਕੁਝ ਹੈ ਨਾ। ਥੱਲੇ ਚਰਬੀ ਹੈ, ਹੱਡੀਆਂ ਨੇ, ਔਰ ਹੱਡੀ ਤੇ ਚਰਬੀ ਨੂੰ ਉੱਤੋਂ ਚਮੜੇ ਨੇ ਲਪੇਟਿਆ ਹੋਇਆ ਹੈ। ਗੌਰ ਰੰਗ ਪਿਖਿਅਤ ਅਭਿਰਾਮਾ। ਤੇ ਬਾਹਰੋਂ ਚਮੜੀ ਦਾ ਗੋਰਾ ਜਿਹਾ ਰੰਗ ਵੇਖ ਕੇ, ਸੁੰਦਰ ਜਿਹਾ ਰੰਗ ਵੇਖ ਕੇ ਤੂੰ ਵਿਭਚਾਰੀ ਹੁੰਨਾ ਹੈ। ਇਨ ਵਸਤੁਨ ਬਿਨ ਹੋਏ ਨਾ ਆਨਾ। ਸੱਚਾਈ ਇਹ ਹੈ ਕਿ ਉਸ ਗੋਰੀ ਚਮੜੀ ਦੇ ਪਿੱਛੇ ਚਰਬੀ ਹੈ, ਹੱਡੀਆਂ ਨੇ, ਮਿੱਝ ਹੈ, ਪੂੰ ਵਗਦੀ ਹੈ, ਖੂਨ ਤੇ ਰਕਤ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਬਿਲੋਕੇ ਆਏ ਗਿਲਾਨਾ। ਜਿਨ੍ਹਾਂ ਨੂੰ ਵੇਖ ਕੇ ਮਨ 'ਚ ਮਨੁੱਖ ਦੇ ਗਿਲਾਨੀ ਆਉਂਦੀ ਹੈ। ਖਾਲਸਾ ਜੀ ਨੂੰ ਵਸਤੂ ਵਿਚਾਰ ਕਹਿੰਦੇ ਆ ਮਹਾਂਪੁਰਸ਼। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ, ਕਾਮ ਨੂੰ ਜਿੱਤਣ ਵਾਸਤੇ ਵਸਤੂ ਵਿਚਾਰ ਦੀ ਲੋੜ ਪੈਂਦੀ। ਜਿਵੇਂ ਕੱਲ ਵੀ ਬੇਨਤੀ ਕੀਤੀ ਸੀ, ਲੋਭ ਨੂੰ ਜਿੱਤਣ ਲਈ ਸੰਤੋਖ ਹੈ, ਕ੍ਰੋਧ ਨੂੰ ਜਿੱਤਣ ਵਾਸਤੇ ਦਇਆ ਹੈ, ਹੰਕਾਰ ਨੂੰ ਜਿੱਤਣੇ ਵਾਸਤੇ ਵਿਨਿਮਰਤਾ ਹੈ, ਔਰ ਮੋਹ ਨੂੰ ਜਿੱਤਣ ਵਾਸਤੇ ਵਿਵੇਕ ਹੈ, ਔਰ ਕਾਮ ਨੂੰ ਜਿੱਤਣ ਵਾਸਤੇ ਹੈ ਵਸਤੂ ਵਿਚਾਰ। ਆ ਜਿਹੜੇ ਬਚਨ ਆਪ ਜੀ ਸਰਵਣ ਕਰ ਰਹੇ ਹੋ, ਇਹਨੂੰ ਕਹਿੰਦੇ ਨੇ ਵਸਤੂ ਵਿਚਾਰ। ਹਿਰਦੇ 'ਚ ਵਿਚਾਰ ਕਰਨੀ, ਕੀ ਹੈ ਇਹ ਸਰੀਰ ਜਿਸ ਨੂੰ ਵੇਖ ਕੇ ਤੂੰ ਵਿਭਚਾਰੀ ਹੁੰਨਾ, ਇਹਦੀ ਅਸਲੀਅਤ ਕੀ ਹੈ। ਪਾਤਸ਼ਾਹ ਕਹਿੰਦੇ ਕੇਵਲ ਚਮੜੀ ਨਾਲ ਲਪੇਟੀਆਂ ਹੋਈਆਂ ਹੱਡੀਆਂ ਨੇ, ਚਰਬੀ ਹੈ, ਮਿੱਝ ਹੈ, ਖੂਨ ਹੈ, ਜਿਨ੍ਹਾਂ ਨੂੰ ਵੇਖ ਕੇ ਮਨੁੱਖ ਦੇ ਹਿਰਦੇ 'ਚ ਗਿਲਾਨੀ ਆਉਂਦੀ ਹੈ। ਪੁੰਨ ਜੇ ਦਾਂਤ ਕੈ ਕਲੀ ਸਮਾਨੇ। ਫਿਰ ਜਿਨ੍ਹਾਂ ਦੰਦਾਂ ਨੂੰ ਮੂੰਹ ਵਿੱਚ ਵੇਖ ਕੇ ਕਹਿਣਾ ਜੀ ਮਰਦਬਾਨ ਦੇ ਫੁੱਲਾਂ ਵਰਗੀਆਂ ਜਾਂ ਅਨਾਰ ਦੇ ਦਾਣਿਆਂ ਵਰਗੀਆਂ ਕਲੀਆਂ ਵਰਗੇ ਦੰਦ ਨੇ। ਹਾਂਜੀ, ਮਾਸ ਬਿਨਾ ਲਿਹੁ ਹਾਡ ਪਛਾਨੇ। ਜਦੋਂ ਉਹੀ ਦੰਦ ਟੁੱਟ ਕੇ ਬਾਹਰ ਡਿੱਗੇ ਹੁਣ ਹੱਥ ਲਾਣ ਨੂੰ ਚਿੱਤ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦੰਦ ਜਿਨ੍ਹਾਂ ਨੂੰ ਕਹਿਣਾ ਬੜੇ ਸੋਹਣੇ ਨੇ, ਅਸਲ ਵਿੱਚ ਉਹ ਮਾਸ ਤੋਂ ਬਿਨਾਂ ਹੱਡ ਹੀ ਨੇ ਨਾ, ਹੱਡੀਆਂ ਹੀ ਨੇ ਉਹ ਦੰਦ ਵੀ, ਜਿਨ੍ਹਾਂ ਨੂੰ ਬਹੁਤ ਸੁੰਦਰ ਕਰਕੇ ਵੇਖਦਾ। ਕਈ ਤਰ੍ਹਾਂ ਦੇ ਪ੍ਰਮਾਣ ਦਿੰਨਾ, ਉਦਾਹਰਨਾਂ ਦਿੰਨਾ ਜੀ। ਅਨਾਰ ਦੇ ਦਾਣਿਆਂ ਵਰਗੂ ਹਨ ਜੀ, ਹੀਰਿਆਂ ਦੀ ਮੋਤੀਆਂ ਦੀ ਲੜੀ ਸਮਾਨ ਹਨ। ਮਹਾਰਾਜ ਜੀ ਕਹਿੰਦੇ ਉਹ ਤਾਂ ਮਾਸ ਤੋਂ ਬਿਨਾਂ ਕੇਵਲ ਹੱਡੀਆਂ ਹੀ ਹਨ। ਮੁਖ ਤੇ ਟੂਟ ਜਾਹੇ ਜੇ ਸੋ। ਪਾਤਸ਼ਾਹ ਕਹਿੰਦੇ ਉਹੀ ਦੰਦ ਜਦੋਂ ਮੂੰਹ ਤੋਂ ਟੁੱਟ ਕੇ ਡਿੱਗਣ, ਚਾਹਤ ਹੱਥ ਨਾ ਛਾਹੇ ਉਹ ਕੋ। ਕਹਿੰਦੇ ਫਿਰ ਉਹ ਨਾ ਡਿੱਗੇ ਹੋਏ ਦੰਦਾਂ ਨੂੰ ਕੋਈ ਹੱਥ ਨਾਲ ਛੂਹ ਕੇ ਵੀ ਰਾਜੀ ਨਹੀਂ ਹੁੰਦਾ।
ਇਤਨੀ ਗਿਲਾਨੀ ਆਉਂਦੀ ਆ ਮਨ ਵਿੱਚ ਉਹਨਾਂ ਦੰਦਾਂ ਨੂੰ ਡਿੱਗਿਆਂ ਹੋਇਆਂ ਨੂੰ ਵੇਖ ਕੇ। ਇਸੀ ਪ੍ਰਕਾਰ ਦੇਹ ਲਖ ਸਾਰੀ। ਬਾਕੀ ਦੀ ਜਿਹੜੀ ਸਾਰੀ ਦੇਹ ਆ ਮਹਾਰਾਜ ਜੀ ਕਹਿੰਦੇ ਉਹ ਵੀ ਇਸੇ ਤਰ੍ਹਾਂ ਹੀ ਜਾਣ ਲੈ। ਹਾੜ ਮਾਸ ਹੈ ਰਕਤ ਮਝਾਰੀ। ਇਹ ਹਾੜ ਮਾਸ ਨਾੜੀ ਕੋ ਪਿੰਜਰ ਹੈ, ਇਹਦੇ ਵਿੱਚ ਖੂਨ ਆਦਿਕ ਹੀ ਵਹਿ ਰਿਹਾ ਹੈ। ਵਿਸ਼ਟਾ ਮੂਤਰ ਯੁਕਤ ਦੁਰਗੰਧੇ। ਵਿਸ਼ਟਾ ਮੂਤਰ ਦੁਰਗੰਧੀ ਦੇ ਨਾਲ ਭਰਿਆ ਹੋਇਆ ਇਹ ਸਰੀਰ ਹੈ। ਕਿਹ ਕੋ ਪਿਖ ਲੁਭਾਏ ਮਤ ਅੰਧੇ। ਇਹ ਮਾੜੀ ਮੱਤ ਵਾਲਿਆ, ਅੰਨੀ ਮੱਤ ਵਾਲਿਆ, ਕੀ ਵੇਖ ਕੇ ਸਰੀਰ ਦੇ ਉੱਤੇ ਤੂੰ ਲੁਭਾਏਮਾਨ ਹੁੰਦਾ ਹੈ? ਕਿਹੜੀ ਸ਼ੈ ਵੇਖ ਕੇ ਤੂੰ ਲੁਭਾਏਮਾਨ ਹੁੰਦਾ, ਕਾਮੀ ਹੁੰਦਾ? ਮੁਖ ਮੈਂ ਥੂਕ ਸੀਡ ਬਹੁ ਨਾਸਾ। ਮੂੰਹ ਵਿੱਚ ਥੁੱਕ ਭਰਿਆ ਹੋਇਆ, ਲਾਰਾਂ ਭਰੀਆਂ ਹੋਈਆਂ ਨੇ, ਨੱਕ ਦੇ ਵਿੱਚ ਸੀਂਡ ਭਰੀ ਹੋਈ ਹੈ। ਉੱਪਰ ਚਰਮ ਬਾਲ ਹੈ ਰਾਸਾ। ਉੱਪਰ ਕੇਵਲ ਕਹਿੰਦੇ ਚਮੜੀ ਦੀ ਸੁੰਦਰਤਾ ਹੈ, ਉਹਨੇ ਕੱਜਿਆ ਹੋਇਆ, ਢੱਕਿਆ ਹੋਇਆ ਇਸ ਸਾਰੇ ਗੰਧ ਨੂੰ। ਹੇ ਨਿਰਪ ਇਸ ਪ੍ਰਕਾਰ ਔਰ ਧਾਰੋ। ਇਹ ਰਾਜਾ ਆਪਣੇ ਮਨ 'ਚ ਵਿਚਾਰ ਧਾਰਨ ਕਰ ਲੈ। ਜਦੋਂ ਕਿਸੇ ਪਰ ਇਸਤਰੀ ਦੇ ਰੂਪ ਨੂੰ ਵੇਖੇ ਉਦੋਂ ਤੇਰੇ ਮਨ 'ਚ ਸਾਰੀਆਂ ਵਿਚਾਰਾਂ ਚੱਲ ਪੈਣ। ਵਸਤ ਕੌਣ ਸੀ ਭਲੀ ਵਿਚਾਰੋ। ਵਿਚਾਰ ਕਰਿਆ ਕਰ, ਕੀ ਭਲਾ ਹੈ ਇਹਦੇ ਵਿੱਚ ਜਿਸ ਨੂੰ ਵੇਖ ਕੇ ਮੈਂ ਮੋਹਿਤ ਹੋਣਾ ਹੈ? ਇਹਦੇ ਵਿੱਚ ਤਾਂ ਸਰੀਰ ਵਿੱਚ ਕੁਝ ਵੀ ਭਲਾ ਨਹੀਂ ਹੈ, ਸਭ ਗੰਦਗੀ ਹੈ। ਮਹਾ ਦੁਰਗੰਧ ਮੰਦਨੀ ਸੋ। ਦੁਰਗੰਧ ਨਾਲ ਭਰਿਆ ਹੋਇਆ ਸਰੀਰ ਹੈ। ਆਹੈ ਨਾਰ ਕੀ ਪ੍ਰੀਤੈ ਜੋ। ਇਸ ਕਰਕੇ ਪਰ ਇਸਤਰੀ ਗਾਮੀ ਹੋਣਾ ਔਰ ਉਹਦੇ ਨਾਲ ਪ੍ਰੀਤ ਕਰਨੀ ਰਾਜਾ ਇਹ ਦੁਖਦਾਈ ਹੈ। ਜੋ ਪ੍ਰਤੱਛ ਹੀ ਆਹੈ ਮਲੀਨੀ। ਮਹਾਰਾਜ ਜੀ ਕਹਿੰਦੇ ਜਿਹੜੀ ਦੇਹ ਪ੍ਰਤੱਛ ਹੀ ਇਤਨੀ ਮਲੀਨ ਤੇ ਮੈਲੀ ਹੈ। ਬਹੁਰ ਸੁਨੋ ਪਰ ਤ੍ਰਿਰਤ ਕੀਨੀ। ਫਿਰ ਪਰ ਇਸਤਰੀ ਗਾਮੀ ਹੋਣ ਤੋਂ ਬਾਅਦ ਜਿਹੜੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ ਉਹ ਵੀ ਸੁਣ ਰਾਜਾ। ਸੋ ਪਾਵਤ ਹੈ ਨਰਕ ਮਝਾਰੀ। ਫਿਰ ਇਹੋ ਜਿਹਾ ਲੋਕਾਂ ਨੂੰ ਨਰਕਾਂ ਦੇ ਵਿੱਚ ਜਿਹੜੀ ਤਾੜਨਾ ਮਿਲਦੀ ਹੈ, ਨਰਕਾਂ ਵਿੱਚ ਜਿਹੜੇ ਭਿਆਨਕ ਦੁੱਖ ਪ੍ਰਾਪਤ ਹੁੰਦੇ ਨੇ ਉਹ ਵੀ ਸੁਣ ਲੈ। ਜਮ ਕੇ ਦੂਤ ਦੇਤ ਦੁਖ ਭਾਰੀ। ਉੱਥੇ ਵੀ ਜਮ ਭਿਆਨਕ ਦੁੱਖ ਦਿੰਦੇ ਐ, ਭਿਆਨਕ ਤਾੜਨਾ ਕਰਦੇ ਆ, ਭਿਆਨਕ ਮਾਰ ਮਾਰਦੇ ਹਨ। ਕਰ ਲੋਹੇ ਕੀ ਤੀਅਤ ਪਾਵੈ। ਉੱਥੇ ਲੋਹੇ ਦੀਆਂ ਇਸਤਰੀਆਂ ਬਣਾ ਕੇ ਉਹਨਾਂ ਨੂੰ ਅੱਗ ਦੇ ਵਿੱਚ ਤਪਾਉਂਦੇ ਹਨ। ਲੋਹੇ ਦੀਆਂ ਇਸਤਰੀਆਂ ਬਣਾ ਕੇ ਉਹਨਾਂ ਨੂੰ ਅੱਗ ਦੇ ਵਿੱਚ ਤਾਉਂਦੇ ਹਨ। ਬਾਂਧ ਤਾਹੇ ਗਰ ਸੰਗ ਲਗਾਵੈ। ਫਿਰ ਉਹਦੇ ਨਾਲ ਜੱਫੇ ਪਵਾਉਂਦੇ ਆ, ਉਹਦੇ ਨਾਲ ਬੰਨ ਕੇ ਗਲ ਦੇ ਨਾਲ ਕਹਿੰਦੇ ਰੱਸਿਆਂ ਦੇ ਨਾਲ ਬੰਨ ਕੇ ਜੱਫੇ ਪਵਾਉਂਦੇ ਆ। ਤੁਸੀਂ ਇਹ ਭੈੜੇ ਮਾੜੇ ਕਰਮ ਕਰਦੇ ਰਹੇ ਹੋ, ਆਓ ਹੁਣ ਇਸ ਦੁੱਖ ਨੂੰ ਭੋਗੋ। ਇਹੋ ਜੀ ਭਿਆਨਕ ਤਾੜਨਾ ਤੇ ਦੁੱਖ ਉੱਥੇ ਵੀ ਝੱਲਣੇ ਪੈਂਦੇ ਹਨ। ਹੋਤ ਕਸ਼ਟ ਬੋ ਕਰਤ ਪੁਕਾਰਾ। ਇਹ ਰਾਜਾ ਜਦੋਂ ਇਹੋ ਜਿਹਾ ਕਸ਼ਟ ਹੁੰਦਾ ਉੱਥੇ ਫਿਰ ਇਹ ਪੁਕਾਰਾਂ ਕਰਦਾ ਤੇ ਇਹਦੀ ਪੁਕਾਰ ਕੋਈ ਨਹੀਂ ਸੁਣਦਾ, ਇਹਦੀ ਕੂਕ ਪੁਕਾਰ ਫਿਰ ਕੋਈ ਨਹੀਂ ਸੁਣਦਾ। ਬਹੁਰ ਕਰਹਿ ਜਮ ਡੰਡਨ ਮਾਰਾ। ਔਰ ਜਮ ਫਿਰ ਭਿਆਨਕ ਡੰਡੇ ਮਾਰਦੇ ਨੇ, ਹੋਰ ਜ਼ਿਆਦਾ ਤਾੜਨਾ ਕਰਦੇ ਹਨ। ਛਿਨਕ ਜੇ ਮਨ ਸੁਖ ਪਾਵੈ ਕਾਮੀ। ਕਾਮੀ ਬੰਦੇ ਨੂੰ ਇੱਕ ਛਿਨਕ ਮਾਤਰ ਦੇ ਸਮੇਂ ਦਾ ਅਲਪ ਸੁਖ ਪ੍ਰਾਪਤ ਹੁੰਦਾ ਹੈ। ਚਿਰੰਕਾਲ ਦੁਖ ਨਾਰਕ ਗਾਮੀ। ਉਹ ਛਿਨਕ ਮਾਤਰ ਦੇ ਸੁਖ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਲੰਮੇ ਸਮੇਂ ਤੱਕ ਚਿਰੰਕਾਲ ਦੁੱਖ ਭੋਗਤੇ। ਚਿਰੰਕਾਲ ਲੰਮੇ ਸਮੇਂ ਤੱਕ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ ਹਨ। ਅਨੇਕ ਪ੍ਰਕਾਰ ਤਾੜਨਾ ਸਹਿਹੀ। ਏ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਆ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣ ਹੈ। ਹੇ ਕਾਮ ਤੂੰ ਨਰਕਾਂ ਵਿੱਚ ਸੁੱਟਦਾ ਹੈ ਜੀਵ ਨੂੰ, ਨਰਕਾਂ ਵਿੱਚ ਸੁੱਟ ਕੇ ਤੂੰ ਤਰਸ ਨਹੀਂ ਕਰਦਾ। ਨਰਕਾਂ 'ਚ ਭਿਆਨਕ ਦੁੱਖ ਦੇਣ ਤੋਂ ਬਾਅਦ ਫਿਰ 84 ਲੱਖ ਜੋਨੀਆਂ ਦੇ ਗੇੜ ਵਿੱਚ ਭੜਕਾਉਂਦਾ ਹੈ। ਤੂੰ ਇਤਨਾ ਭਿਆਨਕ ਹੈ। ਮਹਾਰਾਜ ਜੀ ਕਹਿੰਦੇ ਰਾਜਾ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ, ਜਾਣ ਲੈ। ਸਿਮਰਤ ਵੇਦ ਪੁਰਾਣ ਅਸ ਕਹਿਹੀ। ਸਿਮਰਤੀਆਂ, ਵੇਦ, ਪੁਰਾਣ, ਸ਼ਾਸਤਰ ਇਹ ਸਭ ਧਰਮ ਗ੍ਰੰਥ ਕਹਿੰਦੇ ਹਨ। ਬਚਨ ਸੁਨੇ ਨਿਪਸ਼ਰੋਨ ਮਝਾਰੇ। ਮਹਾਰਾਜ ਜੀ ਨੇ ਜਦੋਂ ਇਹ ਬਚਨ ਉਚਾਰਨ ਕੀਤੇ ਰਾਜੇ ਨੇ ਸੁਣੇ, ਜਿਹੜਾ ਪੁਟੰਤ ਦਾ ਰਾਜਾ ਹੈ। ਭਲੀ ਰੀਤ ਸੋ ਚੀਤ ਵਿਚਾਰੇ। ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਭਲੀ ਰੀਤ ਨਾਲ ਹਿਰਦੇ 'ਚ ਵਿਚਾਰ ਕੀਤੀ, ਭਲੀ ਪ੍ਰਕਾਰ ਨਾਲ ਹਿਰਦੇ 'ਚ ਵਿਚਾਰਿਆ। ਲਖੇ ਆਪਣੇ ਕਲਮਲ ਭਾਰੀ। ਜਾਣਿਆ ਕਿ ਮੈਂ ਕਿੱਡਾ ਗੁਨਹਗਾਰ ਹਾਂ, ਮੈਂ ਕਿੰਨੇ ਕਲਮਲ ਕੀਤੇ ਹਨ। ਉਹ ਪਾਪ ਇਹਦੇ ਹਿਰਦੇ 'ਚ ਕੰਬਣ ਲੱਗੇ ਹਨ। ਉਹਦਾ ਪਾਪਾਂ ਕਰਕੇ ਦਾ ਹਿਰਦਾ ਭੈ ਭੀਤ ਹੋ ਕੇ ਕੰਬਣ ਲੱਗਾ ਹੈ। ਪਰਿਓ ਚਰਨ ਪਰ ਗੁਰੂ ਅਗਾਰੀ। ਤਰਾਹੇ ਮਮ ਤਰਾਹੇ ਮਮ ਤਰਾਹੇ ਮਮ ਤੋ ਸ਼ਰਣੰ।
ਡਰ ਕੇ ਸਹਿਮ ਕੇ ਮਹਾਰਾਜ ਮੈਂ ਤੁਹਾਡੀ ਸ਼ਰਨ 'ਚ ਪੈਂਦਾ ਹਾਂ ਕਿ ਮੈਂ ਹੁਣ ਤੱਕ ਬੜੇ ਪਾਪ ਕੀਤੇ ਆ, ਗੁਨਾਹ ਕੀਤੇ ਆ। ਬਖਸ਼ ਲੋ ਗਰੀਬ ਨਵਾਜ, ਬਖਸ਼ ਲੋ। ਮੈਂ ਅੱਗੇ ਤੋਂ ਤੋਬਾ ਕਰਦਾ ਹਾਂ ਐਸੇ ਭੈੜੇ ਕਰਮਾਂ ਤੋਂ। ਪਾਛੇ ਜੋ ਬੀਤੀ ਸੋ ਬੀਤੀ, ਮਹਾਰਾਜ ਕਿਰਪਾ ਕਰੋ, ਅੱਗੇ ਤੋਂ ਬਾਰਗ ਪਾਓ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਰਾਜਾ ਢਹਿ ਪਿਆ। ਹੋ ਅਜਾਨ ਬਹੁ ਪਾਪ ਕਮਾਤੇ। ਮਹਾਰਾਜ ਅਣਜਾਣ ਪੁਣੇ ਵਿੱਚ ਮੈਂ ਬੜੇ ਪਾਪ ਕਮਾਏ ਹਨ, ਬੜੇ ਬੜੇ ਭਿਆਨਕ ਪਾਪ ਕਰਮਾਂ ਵਿੱਚ ਪ੍ਰਵਿਰਤ ਹੋਇਆ ਹਾਂ। ਖਾਲਸਾ ਜੀ ਵਸਤੂ ਵਿਚਾਰ ਦੀ ਇਸ ਬਾਬਤ ਬਹੁਤ ਜ਼ਿਆਦਾ ਸੁੰਦਰ ਖੋਲ ਕੇ ਵਿਆਖਿਆ ਕੀਤੀ ਹੈ ਪ੍ਰਬੋਧ ਚੰਦਰ ਨਾਟਕ ਵਿੱਚ। ਫਿਰ ਵਿਰਾਗ ਸ਼ਤਕ ਵਿੱਚ ਕਿਤੇ ਕੁਝ ਸੰਕੇਤ ਆਉਂਦਾ ਹੈ। ਫਿਰ ਇੱਕ ਵਿਚਾਰ ਸਾਗਰ ਨਾਮਕ ਗ੍ਰੰਥ ਹੈ ਜਿਸ ਦੀ 5ਵੀਂ ਤਰੰਗ ਦਾ ਪਾਠ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਹੈ ਤਾਂ ਜੋ ਪੜ੍ਹ ਕੇ ਇਸ ਪਾਸਿਓਂ ਪ੍ਰਾਮ ਹੋ ਕੇ ਬ੍ਰਹਮਚਰਜ ਦਾ ਪਾਲਣ ਕਰਕੇ ਆਪਣੀ ਸੁਰਤ ਨੂੰ ਬ੍ਰਹਮ ਵਿਦਿਆ ਵਾਲੇ ਪਾਸੇ ਲਾ ਕੇ ਬ੍ਰਹਮ ਵਿਦਿਆ ਨੂੰ ਹਾਸਲ ਕਰਨ। ਤੋਂ ਪੁਰਾਤਨ ਸਮਿਆਂ 'ਚ ਵਿਦਿਆਰਥੀਆਂ ਨੂੰ ਇਹ ਜਾਪ ਕਰਾਇਆ ਜਾਂਦਾ ਸੀ। ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਕਰਨਾ, ਚੌਪਈ ਸਾਹਿਬ ਦੀ ਬਾਣੀ ਦਾ ਜਾਪ ਕਰਨਾ। ਕਲਗੀਧਰ ਸੁਆਮੀ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਸੁਚੇਤ ਕਰਨ ਵਾਸਤੇ ਦਸਮ ਬਾਣੀ ਦੀ ਰਚਨਾ ਕੀਤੀ ਹੈ। ਦਸਮ ਬਾਣੀ ਦੀ ਰਚਨਾ ਕਰਕੇ ਗੁਰੂਦੇਵ ਨੇ ਸੁਚੇਤ ਕਰਦਿਆਂ ਫਰਮਾਇਆ ਹੈ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨਿਹ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨ ਜਈਐ। ਇਹ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖਾਰ ਬਿੰਦ ਚੋਂ ਉਚਾਰਨ ਕੀਤੇ ਮਹਾਵਾਕ ਹਨ। ਗੁਰੂ ਖਾਲਸਾ ਜੀ 4 ਵਜਰ ਕੁਰੈਤਾਂ ਜਦੋਂ ਦੱਸੀਆਂ ਜਾਂਦੀਆਂ ਹਨ ਅੰਮ੍ਰਿਤਧਾਰੀ ਸਿੱਖਾਂ ਸਿੱਖਣੀਆਂ ਨੂੰ, ਉਹਨਾਂ 4 ਵਜਰ ਕੁਰੈਤਾਂ ਵਿੱਚੋਂ ਇੱਕ ਵਜਰ ਕੁਰੈਤ ਇਹ ਵੀ ਹੈ। ਇਹ ਵਜਰ ਕੁਰੈਤ ਦੇ ਨਾਲ ਅੰਮ੍ਰਿਤ ਖੰਡਨ ਹੋ ਜਾਂਦਾ ਹੈ। ਉਹਨੂੰ ਦੁਬਾਰਾ ਨਵੇਂ ਸਿਰਿਓਂ ਪੰਜਾਂ ਸਿੰਘਾਂ ਦੇ ਪਾਸ ਹਾਜ਼ਰ ਹੋ ਕਰਕੇ ਖੰਡੇ ਦੀ ਪਹੁਲ ਛਕਣੀ ਪੈਂਦੀ ਹੈ। ਔਰ ਤਾ ਜ਼ਿੰਦਗੀ ਜਦੋਂ ਤਨਖਾਹੀਆ ਹੋ ਜਾਵੇ ਤਾਂ ਜ਼ਿੰਦਗੀ ਮੁੜ ਕੇ ਕਦੇ ਉਹਨੂੰ ਪੰਜਾਂ ਦੇ ਵਿੱਚ ਸੇਵਾ ਨਹੀਂ ਮਿਲ ਸਕਦੀ। ਜਿਵੇਂ ਵਜਰ ਕੁਰੈਤੀਆ ਜਿਹੜਾ ਹੁੰਦਾ ਹੈ, ਜਿਵੇਂ ਭਾਂਡੇ ਨੂੰ ਕਹਿੰਦੇ ਟੁੱਟ ਜਾਏ ਤੇ ਟਾਂਕਾ ਲਾ ਦਿੱਤਾ ਜਾਂਦਾ, ਪਰ ਟਾਂਕਾ ਸਾਰੀ ਜ਼ਿੰਦਗੀ ਦਿਸਦਾ ਹੈ। ਇਸੇ ਤਰ੍ਹਾਂ ਵਜਰ ਕੁਰੈਤੀਆ ਅੰਮ੍ਰਿਤ ਛਕ ਕੇ ਮਹਾਰਾਜ ਜੀ ਕੋਲੋਂ ਤਨਖਾਹ ਲਵਾ ਕੇ ਪੰਜਾਂ ਕੋਲੋਂ ਉਹ ਪੰਥ ਵਿੱਚ ਸ਼ਾਮਲ ਤਾਂ ਹੋ ਜਾਂਦਾ ਹੈ, ਪਰ ਤਾ ਜ਼ਿੰਦਗੀ ਪੰਜਾਂ ਪਿਆਰਿਆਂ ਦੀ ਸੇਵਾ ਨਹੀਂ ਕਰ ਸਕਦਾ ਵਜਰ ਕੁਰੈਤੀਆ। ਇਹ ਪੰਥ ਦੀ ਮਰਿਆਦਾ ਹੈ, ਕਿਉਂਕਿ ਟਾਂਕਾ ਲੱਗਾ ਹੋਇਆ। ਉਹਨੂੰ ਹੁਣ ਹੱਕ ਨਹੀਂ ਰਿਹਾ ਕਿ ਉਹ ਪੰਜਾਂ ਦੇ ਵਿੱਚ ਸੇਵਾ ਕਰ ਸਕੇ। ਤੋ ਇਹ ਮਰਿਆਦਾ ਸਾਡੇ ਬਜ਼ੁਰਗਾਂ ਨੇ, ਸਾਡਿਆਂ ਵੱਡਿਆਂ ਨੇ ਬਣਾਈ ਹੈ, ਬੜੇ ਸੁਚੱਜੇ ਢੰਗ ਨਾਲ ਬਣਾਈ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਦੋਂ ਬਚਨ ਰਾਜੇ ਨੇ ਸੁਣੇ, ਇਹਦੇ ਮਨ ਵਿੱਚ ਭੈ ਪੈਦਾ ਹੋਇਆ, ਆਪਣੇ ਕੀਤੇ ਪਾਪਾਂ ਤੋਂ ਤੋਬਾ ਕੀਤੀ। ਬਚਨ ਤੁਮਾਰੇ ਤੇ ਮੈਂ ਜਾਤੇ। ਮਹਾਰਾਜ ਮੈਂ ਜਿਹੜੇ ਪਾਪ ਹੁਣ ਤਾਈਂ ਕੀਤੇ, ਮੈਂ ਇਹਨਾਂ ਨੂੰ ਪਾਪ ਸਮਝਦਾ ਹੀ ਨਹੀਂ ਸੀ। ਸਤਿਗੁਰੂ ਜੀ ਅੱਜ ਆਪ ਜੀ ਦੇ ਕਈ ਵਾਕਾਂ ਨਾਲ ਮੈਂ ਸਮਝਿਆ ਹੈ ਕਿ ਮੈਂ ਇਹ ਪਾਪ ਕੀਤੇ ਹਨ, ਮੈਂ ਇਹ ਭੈੜੇ ਪਾਪਾਂ ਵਿੱਚ ਪ੍ਰਵਿਰਤ ਹੋਇਆ ਹਾਂ। ਕਿਰਪਾ ਧਾਰ ਬਖਸ਼ੋ ਮੁਝ ਅਬ ਹੀ। ਹੇ ਬਖਸ਼ੰਦ ਹਰੀ, ਹੇ ਬਖਸ਼ੰਦ ਗੁਰੂ, ਕਿਰਪਾ ਕਰਕੇ ਮੈਨੂੰ ਬਖਸ਼ ਲਵੋ। ਬਹੁਰ ਕੁਰੀਤ ਕਰੋ ਨੈ ਕਬਹੀ। ਮਹਾਰਾਜ ਮੈਂ ਮੁੜ ਕੇ ਕਦੇ ਇਹੋ ਜੀਆਂ ਕੁਰੀਤੀਆਂ ਵਿੱਚ, ਇਹੋ ਜਿਹੇ ਖੋਟੇ ਕਰਮਾਂ 'ਚ ਪ੍ਰਵਿਰਤ ਨਹੀਂ ਹੋਵਾਂਗਾ। ਸੁਨ ਕਰ ਭਏ ਪ੍ਰਸੰਨ ਕਿਰਪਾਲਾ। ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਰਾਜੇ ਦੀ ਬੇਨਤੀ ਸੁਣ ਕੇ ਵੀ ਸ਼ੁੱਧ ਹਿਰਦੇ ਨਾਲ ਬੇਨਤੀ ਕਰ ਰਿਹਾ ਹੈ, ਤੋ ਗਰੀਬ ਨਵਾਜ ਪਾਤਸ਼ਾਹ ਜੀ ਇਹਦੇ ਤੇ ਪ੍ਰਸੰਨ ਹੋਏ। ਕਹੇ ਬਚਨ ਸੁਨੀਏ ਨਰਪਾਲਾ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਰਾਜਾ ਸੁਣ, ਆਗੇ ਕਰੋ ਪਾਪ ਨੈ ਕੋਈ। ਅੱਗੇ ਤੋਂ ਹੁਣ ਸਮਝ ਕੇ ਚੱਲੀ, ਪਿਛਲੇ ਗੁਨਾਹ ਬਖਸ਼ੇ ਜਾਣਗੇ। ਪਰ ਅੱਗੇ ਤੋਂ ਸੁਚੇਤ ਹੋ ਕੇ ਚੱਲੀ, ਅੱਗੇ ਤੋਂ ਸਮਝ ਕੇ ਚੱਲੀ। ਪਿਛਲੇ ਕਰੇ ਜੋ ਬਖਸ਼ੇ ਸੋਈ। ਅੱਗੇ ਤੋਂ ਨਾ ਹੁਣ ਕੋਈ ਪਾਪ ਕਰੀ ਐਸਾ, ਪਿੱਛੇ ਜਿਹੜੇ ਤੈਂ ਕੀਤੇ ਸਨ ਉਹ ਬਖਸ਼ੇ ਗਏ ਹਨ। ਸਤਨਾਮ ਸਿਮਰਹੁ ਮਨ ਲਾਈ। ਔਰ ਮਨ ਲਾ ਕੇ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਨ ਇਕਾਗਰ ਕਰਕੇ ਮਨ ਲਾ ਕੇ ਇਸ ਅੰਮ੍ਰਿਤ ਨਾਮ ਦਾ ਜਾਪ ਜਪਣਾ ਹੈ। ਪੁਰ ਮੈਂ ਲਿਹੋ ਧਰਮਸਾਲ ਬਣਾਈ। ਔਰ ਆਪਣੇ ਇਸ ਨਗਰ ਦੇ ਵਿੱਚ ਧਰਮਸ਼ਾਲਾ ਦੀ ਰਚਨਾ ਕਰੋ।
ਸੁੰਦਰ ਧਰਮਸ਼ਾਲਾ ਬਣਾਓ ਸਤ ਸੰਗਤ ਤੈ ਕਰਹੁ ਮਹਾਨੀ। ਔਰ ਸਵੇਰੇ ਸ਼ਾਮ ਦੋਵੇਂ ਵੇਲੇ ਉੱਥੇ ਸਤ ਸੰਗਤ ਕਰਨੀ ਹੈ। ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ ਹਨ। ਆਏ ਗਏ ਅਭਿਆਗਤ ਦੀ ਲੰਗਰ ਪ੍ਰਸ਼ਾਦੇ ਨਾਲ ਸੇਵਾ ਟਹਿਲ ਕਰਨੀ ਹੈ। ਹਰ ਮਹਿਮਾ ਗਾਵੋ ਗੁਣ ਖਾਨੀ। ਔਰ ਹਰੀ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਗਾਇਨ ਕਰਨੀ ਹੈ, ਜਿਹੜਾ ਗੁਣਾ ਦੀ ਖਾਨ ਹੈ। ਉਸ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਨੂੰ ਗਾਇਨ ਕਰਨਾ ਹੈ। ਆਸ ਉਪਦੇਸ਼ ਸੀਖ ਲਿਏ ਜਬ ਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਉਪਦੇਸ਼, ਐਸੀ ਸਿੱਖਿਆ ਇਸ ਰਾਜੇ ਨੇ ਲਈ। ਪਾਹੁਲ ਪਗ ਕੀ ਦੀਨੀ ਤਬ ਹੀ। ਮਹਾਰਾਜ ਜੀ ਨੇ ਆਪਣੇ ਪਾਵਨ ਚਰਨਾਂ ਦੀ ਪਾਹੁਲ ਫੇਰ ਇਹਨੂੰ ਦਿੱਤੀ। ਪਹਿਲਾਂ ਇਹ ਮਰਿਆਦਾ ਦੱਸੀ ਵੀ ਇਹ ਪਾਲੇਗਾ, ਕਹਿੰਦਾ ਜੀ ਹਾਂ। ਫਿਰ ਪਾਤਸ਼ਾਹ ਨੇ ਆਪਣੇ ਚਰਨਾਂ ਦੀ ਪਾਹੁਲ ਦੇ ਕੇ ਇਹਨੂੰ ਸਿੱਖ ਬਣਾਇਆ। ਹੁਣ ਵੀ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਹਨ, ਉਹ ਪਹਿਲਾਂ ਕਹਿੰਦੇ ਭਾਈ ਇਹ ਜਾਣ ਲੈ ਅੱਜ ਤੋਂ ਬਾਅਦ ਇਹ ਸੀਸ ਤੇਰਾ ਗੁਰੂ ਕਾ ਹੈ। ਅੰਮ੍ਰਿਤ ਦੀ ਦਾਤ ਲੈਣ ਲੱਗਾ, ਸਿਰ ਗੁਰੂ ਸਾਹਿਬ ਦੇ ਚਰਨਾਂ 'ਚ ਦਏਗਾ ਤੇ ਉਹ ਪ੍ਰਣ ਕਰਦਾ ਹਾਂ ਮਹਾਰਾਜ ਮੇਰਾ ਸਿਰ ਆਪ ਜੀ ਦੇ ਚਰਨਾਂ 'ਚ ਹੈ। ਫਿਰ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ, ਫਿਰ ਮਰਿਆਦਾ ਦ੍ਰਿੜ ਕਰਵਾਈ ਜਾਂਦੀ ਹੈ। ਸਿਰ ਦੇਣ ਦਾ ਮਤਲਬ ਹੈ ਵੀ ਹੁਣ ਇਸ ਸਿਰ ਵਿੱਚ ਮੇਰੀ ਮੱਤ ਨਹੀਂ ਚੱਲਣੀ, ਹੁਣ ਇਸ ਸਿਰ ਵਿੱਚ ਗੁਰੂ ਕੀ ਮੱਤ ਚੱਲਣੀ ਹੈ। ਗੁਰੂ ਕੀ ਮੱਤ ਦੇ ਆਸ਼ੇ ਮੁਤਾਬਕ ਚੱਲਣਾ ਹੈ। ਤੋ ਜਦੋਂ ਇਹਨੇ ਮਹਾਰਾਜ ਜੀ ਦੀ ਸਿੱਖਿਆ ਗ੍ਰਹਿਣ ਕਰ ਲਈ, ਜਦੋਂ ਪਾਤਸ਼ਾਹ ਆਖਿਆ ਮਾੜਾ ਕੰਮ ਛੱਡਣਾ ਪੈਣਾ ਜਿਹੜਾ ਤੈਂ ਕਰਦਾ, ਇਹਨੇ ਪ੍ਰਣ ਕੀਤਾ ਜੀ ਮਹਾਰਾਜ ਛੱਡ ਦਿੱਤਾ। ਫਿਰ ਗੁਰੂਦੇਵ ਨੇ ਆਪਣੇ ਪਾਵਨ ਚਰਨਾਂ ਦੀ ਪਹੁਲ ਦੇ ਕੇ ਇਹਨੂੰ ਸਿੱਖ ਬਣਾਇਆ। ਕਰੇ ਸਿੱਖ ਆਪਣੇ ਨਰ ਬ੍ਰਿੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੋਂ ਦੇ ਬਹੁਤ ਸਾਰੇ ਲੋਕ ਆਪਣੇ ਸਿੱਖ ਕੀਤੇ। ਭੂਟਾਨ ਦਾ ਇਲਾਕਾ ਹੈ ਜਿੱਥੇ ਮੇਰੇ ਸਾਹਿਬ ਨੂੰ ਨਾਨਕ ਆਚਾਰਿਆ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਇਹਨਾਂ ਨੂੰ ਸਤਿਗੁਰੂ ਜੀ ਨੇ ਆਪਣਾ ਸਿੱਖ ਕੀਤਾ, ਸੇਵਕ ਬਣਾਇਆ। ਸਤਨਾਮ ਸਿਮਰੋ ਸੁਖ ਕੰਦਾ। ਸਭ ਨੂੰ ਕਿਹਾ ਭਾਈ ਸੱਚੇ ਨਾਮ ਦਾ ਜਾਪ ਜਪੋ, ਜਿਸ ਜਾਪ ਨੂੰ ਜਪ ਕੇ ਸੁਖ ਪ੍ਰਾਪਤ ਹੋਣਗੇ। ਇਹ ਨਾਮ ਹੀ ਸੁੱਖਾਂ ਦਾ ਮੂਲ ਹੈ। ਕਰਤ ਕੋ ਕਰਮ ਸਰਬ ਛੁਟਵਾਇਓ। ਜਿਹੜੇ ਜਿਹੜੇ ਕੁਕਰਮ ਰਾਜਾ ਕਰਦਾ ਸੀ ਜਾਂ ਲੋਕ ਕਰਦੇ ਸਨ ਇੱਥੋਂ ਦੇ, ਉਹ ਕੁਕਰਮ ਮਹਾਰਾਜ ਜੀ ਨੇ ਛਡਵਾਏ ਹਨ। ਨਾਮ ਦਾਨ ਇਸ਼ਨਾਨ ਦ੍ਰਿੜਾਇਓ। ਸਤਿਗੁਰੂ ਜੀ ਨੇ ਨਾਮ ਦਾਨ ਤੇ ਇਸ਼ਨਾਨ ਇਹ ਤਿੰਨੇ ਦਾਤਾਂ ਦੇ ਕੇ ਇਹਨਾਂ ਨੂੰ ਇਹ ਤਿੰਨੇ ਦ੍ਰਿੜ ਕਰਵਾਏ ਹਨ। ਕੇਤਿਕ ਦਿਵਸ ਜਬ ਰਹਿਤ ਬਿਤਾਏ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੂਟਾਨ ਵਿੱਚ ਰਹੇ ਤੇ ਰਹਿ ਕੇ ਬਤੀਤ ਕੀਤੇ। ਹਾਥ ਬੰਦ ਨ੍ਰਿਪ ਬੈਨ ਅਲਾਏ। ਰਾਜੇ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਚਾਲ ਪਸ਼ਮ ਦੇਸ਼ ਮਮ ਹੋਈ। ਮਹਾਰਾਜ ਜੀ ਮੇਰੇ ਇਸ ਦੇਸ਼ ਵਿੱਚ ਚਾਵਲ ਹੁੰਦੇ ਹਨ, ਪਸ਼ਮ ਦਾ ਜਿਹੜਾ ਕੱਪੜਾ ਹੁੰਦਾ ਮਹਾਰਾਜ ਮੇਰੇ ਇਸ ਦੇਸ਼ ਵਿੱਚ ਹੁੰਦਾ ਹੈ। ਔਰ ਅੰਨ ਉਪਜਤ ਨਹਿ ਕੋਈ। ਕੇਵਲ ਚਾਵਲ ਤੇ ਪਸ਼ਮੀਨੇ ਦਾ ਪਸ਼ਮ ਦਾ ਕੱਪੜਾ ਹੀ ਬਣਦਾ ਮਹਾਰਾਜ ਇੱਥੇ। ਹੋਰ ਇਹਦੇ ਤੋਂ ਇਲਾਵਾ ਮਹਾਰਾਜ ਜੀ ਕੋਈ ਹੋਰ ਅੰਨ ਨਹੀਂ ਹੁੰਦਾ ਸਾਡੇ ਦੇਸ਼ ਵਿੱਚ। ਕੋਈ ਹੋਰ ਫਸਲ, ਕੋਈ ਹੋਰ ਅਨਾਜ ਮਹਾਰਾਜ ਜੀ ਸਾਡੇ ਦੇਸ਼ ਵਿੱਚ ਨਹੀਂ ਹੁੰਦਾ। ਕਿਰਪਾ ਧਾਰ ਬਰ ਦੀਜੈ ਅਬ ਹੀ। ਮਹਾਰਾਜ ਤੁਸੀਂ ਦਿਆਲੂ ਹੋ, ਸਮਰੱਥ ਦੇਵ ਹੋ, ਪਾਰ ਬ੍ਰਹਮ ਪਰਮੇਸ਼ਵਰ ਹੋ। ਮਹਾਰਾਜ ਕਿਰਪਾ ਕਰਕੇ ਕਿ ਸਾਡੇ ਇਸ ਦੇਸ਼ ਵਿੱਚ ਚਾਵਲਾਂ ਤੇ ਪਸ਼ਮੀਨੇ ਤੋਂ ਇਲਾਵਾ ਹੋਰ ਫਸਲਾਂ ਵੀ ਹੋਣ, ਹੋਰ ਵੀ ਅਨਾਜ ਹੋਵੇ ਮਹਾਰਾਜ ਇੱਥੇ। ਆਪ ਜੀ ਵਚਨ ਕਰੋ, ਆਪ ਜੀ ਦੇ ਬਚਨਾਂ ਨਾਲ ਇਹ ਕਲਾ ਵਰਤ ਜਾਏਗੀ। ਅੰਨ ਕਪਾਹ ਆਦਿਕ ਹੋਏ ਸਭ ਹੀ। ਮਹਾਰਾਜ ਜੀ ਅੰਨ ਵੀ ਪੈਦਾ ਹੋਵੇ, ਕਪਾਹ ਵੀ ਪੈਦਾ ਹੋਵੇ। ਕਪਾਹ ਪੈਦਾ ਹੋਵੇਗੀ, ਸਾਨੂੰ ਕੱਪੜੇ ਦੀ ਥੁੜ ਨਾ ਰਹੇਗੀ। ਹੋਰ ਅਨੇਕ ਪ੍ਰਕਾਰ ਦੇ ਕੱਪੜੇ ਆਦਿਕ ਬਣ ਸਕਣਗੇ। ਸੁਨੀ ਨਿਜ ਹੈ ਪ੍ਰਿਯ ਭਗਤ ਅਨੰਨੰ। ਜਦੋਂ ਰਾਜੇ ਨੇ ਪ੍ਰੇਮ ਸਹਿਤ ਆਪਣੀ ਸਮੱਸਿਆ ਦੱਸੀ, ਦੁੱਖ ਦੱਸਿਆ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣਿਆ ਕਿ ਰਾਜਾ ਕੱਲਾ ਆਪਣੇ ਵਾਸਤੇ ਨਹੀਂ ਮੰਗ ਰਿਹਾ, ਆਪਣੇ ਪੂਰੇ ਦੇਸ਼ ਵਾਸਤੇ ਮੰਗ ਰਿਹਾ ਹੈ। ਇਹ ਪਰਉਪਕਾਰੀ ਬਿਰਤੀ ਹੈ। ਆਪਣੇ ਆਨੰਦ ਭਗਤ ਦੀ ਬੇਨਤੀ ਸਤਿਗੁਰਾਂ ਨੇ ਸੁਣੀ ਤੇ ਸਤਿਕਾਰ ਕੀਤੀ। ਕਹਿਓ ਬਚਨ ਹੋਇਆ ਹੈ ਸਭ ਅੰਨੰ। ਮਹਾਰਾਜ ਜੀ ਨੇ ਬਚਨ ਕੀਤਾ, ਰਾਜਨ ਤੇਰੇ ਇਸ ਦੇਸ਼ ਵਿੱਚ ਸਰਬ ਪ੍ਰਕਾਰ ਦੇ ਅੰਨ ਪੈਦਾ ਹੋਣਗੇ। ਸਾਰੇ ਅੰਨ ਇੱਥੇ ਹੁਣ ਸਾਰੀਆਂ ਫਸਲਾਂ ਪੈਦਾ ਹੋਣਗੀਆਂ। ਬਹੁਰ ਗਮਨ ਕੀ ਕੀਨੀ ਤਿਆਰੀ। ਇਹ ਵਰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ। ਸੁਣ ਕੇ ਮਿਲਿਆ ਏ ਨਰ ਨਾਰੀ। ਜਦੋਂ ਮਹਾਰਾਜ ਜੀ ਨੇ ਤਿਆਰੀ ਕੀਤੀ ਜਾਣ ਦੀ, ਨਗਰ ਨਿਵਾਸੀਆਂ ਨੂੰ ਖਬਰ ਹੋਈ ਕਿ ਸਤਿਗੁਰੂ ਜੀ ਜਾ ਰਹੇ ਹਨ,
ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਆਏ। ਹੱਥ ਬੰਦ ਕਹਿ ਗਿਰਾ ਉਚਾਰੀ। ਹੱਥ ਬੰਨ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਹਿਣ ਲੱਗੇ, ਸ਼੍ਰੀ ਗੁਰ ਰਹੋ ਇਸ ਦੇਸ਼ ਮਝਾਰੀ। ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਕਿਰਪਾ ਕਰਕੇ ਇਸ ਦੇਸ਼ ਵਿੱਚ ਹੀ ਰਹੋ। ਮਹਾਰਾਜ ਜੀ ਸਾਨੂੰ ਛੱਡ ਕੇ ਨਾ ਜਾਓ। ਤੁਮ ਆਵਨ ਤੇ ਭਇਓ ਪਵਿੱਤਰਾ। ਮਹਾਰਾਜ ਤੁਹਾਡੇ ਆਉਣ ਨਾਲ, ਤੁਹਾਡੇ ਆਗਮਨ ਨਾਲ ਸਾਡਾ ਦੇਸ਼ ਪਵਿੱਤਰ ਹੋ ਗਿਆ ਹੈ। ਸਾਡਾ ਇਹ ਸਾਰਾ ਦੇਸ਼ ਪਾਵਨ ਹੋ ਗਿਆ ਹੈ। ਸਿੱਖੀ ਭਈ ਵਿਸਾਲ ਬਚਿਤਰਾ। ਮਹਾਰਾਜ ਆਪ ਜੀ ਦੀ ਸਿੱਖੀ ਇੱਥੇ ਵਿਚਿੱਤਰ ਸਿੱਖੀ ਪ੍ਰਗਟ ਹੋ ਗਈ ਹੈ। ਕਿਉ ਤੁਮ ਤੂਰਨ ਕਰੋ ਤਿਆਰੀ। ਮਹਾਰਾਜ ਹਾਲੇ ਤਾਂ ਸਾਡਾ ਮਨ ਵੀ ਨਹੀਂ ਰੱਜਿਆ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ। ਆਪ ਜੀ ਨੇ ਅਚਾਨਕ ਬੜੀ ਛੇਤੀ ਚੱਲਣ ਦੀ ਤਿਆਰੀ ਕਿਉਂ ਕਰ ਲਈ? ਰਹੋ ਸਦਾ ਨਿਜ ਕਰੁਣਾ ਧਾਰੀ। ਮਹਾਰਾਜ ਸਾਡੀ ਤਾਂ ਇੱਛਾ ਆਪ ਜੀ ਸदैव ਹੀ ਇੱਥੇ ਰਹੋ, ਸਦਾ ਵਾਸਤੇ ਕਰੁਣਾ ਕਰਕੇ, ਦਇਆ ਕਰਕੇ ਇੱਥੇ ਰਹੋ। ਇਸ ਪ੍ਰਕਾਰ ਬੇਨਤੀ ਬਹੁ ਕੀਨੰ। ਜਦੋਂ ਨਗਰ ਨਿਵਾਸੀਆਂ ਨੇ ਇਸ ਪ੍ਰਕਾਰ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ, ਤਿਸ ਦਿਨ ਸ੍ਰੀ ਗੁਰ ਚਲਨ ਨਾ ਦੀਨੰ। ਉਸ ਦਿਨ ਤਾਂ ਨਹੀਂ ਜਾਣ ਦਿੱਤਾ, ਉਸ ਦਿਨ ਨਹੀਂ ਜਾਣ ਦਿੱਤਾ ਜਿੱਦਣ ਸਤਿਗੁਰਾਂ ਨੇ ਤਿਆਰੀ ਕੀਤੀ ਸੀ ਚੱਲਣ ਦੀ। ਕਹਿੰਦੇ ਮਹਾਰਾਜ ਅੱਜ ਤਾਂ ਘਟੋ ਘਟ ਨਾ ਜਾਓ, ਅੱਜ ਤਾਂ ਸਾਨੂੰ ਰੱਜ ਕੇ ਦਰਸ਼ਨ ਕਰ ਲੈਣ ਦਿਓ, ਅੱਜ ਤਾਂ ਸਾਨੂੰ ਰੱਜ ਕੇ ਤੁਹਾਡੇ ਬਚਨ ਸੁਣ ਲੈਣ ਦਿਓ। ਮਹਾਰਾਜ ਉਸ ਦਿਨ ਸਤਿਗੁਰਾਂ ਨੂੰ ਇਹਨਾਂ ਨੇ ਨਹੀਂ ਜਾਣ ਦਿੱਤਾ। ਅਗਲੇ ਦਿਵਸ ਭੋਰ ਭੀ ਜਬ ਹੀ। ਅਗਲਾ ਦਿਨ ਜਦੋਂ ਚੜਿਆ, ਲੋ ਲੱਗੀ, ਹੋਏ ਅਲੋਪ ਗਏ ਗੁਰ ਤਬ ਹੀ। ਪਾਤਸ਼ਾਹ ਨੂੰ ਪਤਾ ਸੀ ਇਹਨਾਂ ਨੇ ਫੇਰ ਆ ਕੇ ਚਰਨ ਫੜ ਲੈਣੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਗੁਪਤ ਹੀ ਹੋ ਗਿਆ, ਲੋਪ ਹੋ ਗਏ। ਸਾਰੇ ਨਗਰ ਨਿਵਾਸੀਆਂ ਨੂੰ ਪਹਿਲਾਂ ਹੀ ਕਹਿ ਗਏ ਸਨ ਕਿ ਭਾਈ ਜਿਹੜਾ ਸਾਡਾ ਸ਼ਬਦ ਹੈ, ਗੁਰਬਾਣੀ ਹੈ, ਇਹਦੇ ਨਾਲ ਜੁੜੋ। ਗੁਰਬਾਣੀ ਨਾਲ ਜੁੜੇ ਹੋਏ ਮੈਨੂੰ ਸਦਾ ਹੀ ਮਿਲੇ ਰਹਿਣਗੇ, ਮੇਰੇ ਤੋਂ ਕਦੇ ਵੀ ਉਹਨਾਂ ਦਾ ਵਿਛੋੜਾ ਨਹੀਂ ਹੋਵੇਗਾ। ਤੋ ਪਾਤਸ਼ਾਹ ਇਸ ਤਰ੍ਹਾਂ ਉੱਥੋਂ ਅਲੋਪ ਹੋਏ। ਪੀਛੇ ਤੇ ਬਹੁ ਨਰ ਪਛੁਤਾਏ। ਬਾਅਦ ਵਿੱਚ ਉਹ ਨਗਰ ਨਿਵਾਸੀ ਬੜਾ ਪਛਤਾਵਾ ਕਰਨ ਕੇ ਸਤਿਗੁਰੂ ਜੀ ਚਲੇ ਗਏ। ਦਰਸ਼ਨ ਕਰ ਹਮ ਨੈ ਤ੍ਰਿਪਤਾਏ। ਕਹਿੰਦੇ ਹਾਲੇ ਤਾਂ ਸਾਡਾ ਮਨ ਵੀ ਨਹੀਂ ਸੀ ਰੱਜਿਆ, ਦਰਸ਼ਨ ਕਰਕੇ ਸਾਡੇ ਮਨ ਵੀ ਤ੍ਰਿਪਤ ਨਹੀਂ ਸਨ ਹੋਏ। ਭਲੀ ਪ੍ਰਕਾਰ ਕੀਨ ਨ ਹੈ ਸੇਵਾ। ਅਸੀਂ ਕੋਈ ਸੇਵਾ ਵੀ ਨਹੀਂ ਕਰ ਸਕੇ ਉਹਨਾਂ ਦੀ, ਭਲੀ ਪ੍ਰਕਾਰ ਨਾਲ ਉਹਨਾਂ ਦੀ ਕੋਈ ਟਹਿਲ ਵੀ ਨਹੀਂ ਕਰ ਸਕੇ। ਸ਼੍ਰੀ ਗੁਰ ਗਮਨੇ ਅਲਖ ਅਭੇਵਾ। ਅਲਖ ਭੇਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ। ਸਿਮਰੈ ਨਿਸਬਾ ਸੁਰ ਤਰ ਧਿਆਨਾ। ਹੋਣੇ ਨਗਰ ਨਿਵਾਸੀ ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਸਿਮਰਨ ਕਰਦੇ ਆ ਜੋ ਸਤਿਗੁਰੂ ਜੀ ਬਖਸ਼ ਗਏ ਨੇ। ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਸਿਮਰਨ ਸਾਰੇ ਨਗਰ ਨਿਵਾਸੀ ਕਰਦੇ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ। ਬਹੁਤ ਨਰਨ ਕੋ ਭਾ ਕਲਿਆਣਾ। ਸਤਿਗੁਰਾਂ ਦਾ ਸਿਮਰਨ ਕਰਨੇ ਕਰਕੇ, ਗੁਰੂ ਦਾ ਧਿਆਨ ਧਾਰਨ ਕਰਨੇ ਕਰਕੇ ਬਹੁਤ ਸਾਰੇ ਨਰਾਂ ਦਾ ਉਧਾਰ ਹੋ ਗਿਆ, ਬਹੁਤਿਆਂ ਦੀ ਕਲਿਆਣ ਹੋ ਗਈ। ਆਗੈ ਗਮਨੇ ਸ਼੍ਰੀ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਚੱਲ ਪਏ ਭੂਟਾਨ ਤੋਂ। ਪਹੁੰਚੇ ਜਾਏ ਔਰ ਇੱਕ ਦੇਸ਼ਾ। ਚੱਲ ਕੇ ਇੱਕ ਹੋਰ ਦੇਸ਼ ਵਿੱਚ ਆਏ ਹਨ। ਅੰਨ ਅਗਨ ਦੋ ਤਹਿ ਨਾਹੀ। ਇਹੋ ਜਿਹੇ ਦੇਸ਼ ਵਿੱਚ ਆਏ ਨੇ ਜਿੱਥੇ ਨਾ ਅੰਨ ਹੁੰਦਾ ਤੇ ਨਾ ਹੀ ਅੱਗ ਹੈ। ਅਗਨੀ ਤੇ ਅੰਨ ਇਹ ਦੋਵੇਂ ਨਹੀਂ ਹੁੰਦੇ। ਹਾਂਜੀ, ਆਮਿਖ ਕੋ ਭੋਜਨ ਸਭ ਖਾਹੀ। ਇਹ ਦੇਸ਼ ਐਸਾ ਹੈ ਕਿ ਇਸ ਦੇਸ਼ ਦੇ ਲੋਕ ਕੇਵਲ ਮਾਸ ਖਾਂਦੇ ਸੀ, ਮਾਸਾਹਾਰੀ ਨੇ। ਅੰਨ ਹੁੰਦਾ ਹੀ ਨਹੀਂ ਸੀ ਕੋਈ ਪੂਰੇ ਦੇਸ਼ ਭਰ ਵਿੱਚ, ਨਾ ਅਗਨੀ ਹੁੰਦੀ ਸੀ, ਕੇਵਲ ਮਾਸ ਹੁੰਦਾ ਸੀ ਇਹਨਾਂ ਦੇ ਦੇਸ਼ ਵਿੱਚ, ਤੇ ਮਾਸ ਹੀ ਖਾਂਦੇ ਸਨ। ਇੱਕ ਪਾਹਨ ਉੱਪਰ ਇੱਕ ਨੀਚੇ। ਮਾਸ ਵੀ ਕਿਵੇਂ ਖਾਂਦੇ ਸੀ? ਇਹਨਾਂ ਨੇ ਮਾਸ ਕੱਟ ਲੈਣਾ, ਇੱਕ ਪੱਥਰ ਥੱਲੇ ਰੱਖਣਾ, ਉਹਦੇ ਉੱਤੇ ਮਾਸ ਰੱਖਣਾ, ਦੂਜਾ ਪੱਥਰ ਉਹਦੇ ਉੱਤੇ ਰੱਖ ਦੇਣਾ, ਤੇ ਇਸ ਪ੍ਰਕਾਰ ਨਾਲ ਆਮਿਖ ਰਾਖੈ ਤਿਨਕੇ ਬੀਚੇ। ਉਹਦੇ ਵਿੱਚ ਰੱਖ ਕੇ ਦੋਹਾਂ ਪੱਥਰਾਂ ਵਿੱਚ ਮਾਸ ਨੂੰ ਸਵਾ ਪਹਿਰ ਮੰਤਰ ਜਪ ਭਾਨੰ। ਇਹ ਸਵਾ ਪਹਿਰ ਜਦੋਂ ਸੂਰਜ ਚੜ ਜਾਂਦਾ ਸੀ ਉਹਦੇ ਵਿੱਚ ਰੱਖ ਦੇਣਾ, ਨਾਲ ਮੰਤਰ ਪੜ੍ਹੀ ਜਾਂਦੇ ਸੀ। ਇਹ ਸੋਚਦੇ ਸੀ ਵੀ ਸ਼ਾਇਦ ਸਾਡੇ ਮੰਤਰ ਨਾਲ ਮਾਸ ਪੱਕਦਾ ਹੈ, ਪਰ ਸੂਰਜ ਨਾਲ ਉਹ ਪੱਥਰ ਤਪ ਜਾਂਦਾ ਸੀ, ਤੇ ਤਪਣ ਦੇ ਨਾਲ ਉਹਦੇ ਵਿੱਚ ਜਿਹੜਾ ਮਾਸ ਹੁੰਦਾ ਸੀ ਪੱਥਰਾਂ ਦੋਨਾਂ ਦੇ ਵਿੱਚ, ਉਹ ਰਿੰਨਿਆ ਜਾਂਦਾ ਸੀ। ਫਿਰ ਇਹ ਭੱਖ ਲੈਂਦੇ ਸਨ, ਖਾ ਲੈਂਦੇ ਸਨ। ਇਦਾਂ ਦੀ ਇਹਨਾਂ ਦੀ ਰੀਤ ਸੀ ਲੋਕਾਂ ਦੀ।
ਇਉਂ ਪਕਾਏ ਕਰ ਹੈ ਤੇ ਖਾਨੰ। ਏਦਾਂ ਉਸ ਮਾਸ ਨੂੰ ਪਕਾ ਕੇ ਖਾਂਦੇ ਸਨ। ਦੋਹਰਾ ਸੇਵੈ ਚਿਤ ਕੀ ਪ੍ਰੀਤ ਕਰ ਜਾਏ ਜੇ ਤਹਾਂ ਅਤੀਤ। ਪਰ ਇੱਕ ਇਹਨਾਂ ਦੀ ਖਾਸੀਅਤ ਸੀ ਇਸ ਦੇਸ਼ ਦੇ ਲੋਕਾਂ ਦੀ, ਜੇ ਕੋਈ ਅਤਿਥੀ ਆਉਂਦਾ ਸੀ ਇਹਨਾਂ ਦੇ ਦੇਸ਼ ਵਿੱਚ, ਕੋਈ ਵੀ ਆ ਜਾਏ ਪਰਦੇਸੀ, ਇਹ ਉਹਦੀ ਸੇਵਾ ਟਹਿਲ ਕਰਦੇ ਸੀ, ਉਹਨੂੰ ਛਕਾਉਂਦੇ ਸੀ। ਹੁਣ ਛਕਾਣਾ ਉਹੀ ਸੀ ਜੋ ਆਪ ਛਕਦੇ ਸਨ। ਮਾਸ ਕਿਉਂਕਿ ਹੁੰਦਾ ਹੀ ਮਾਸ ਸੀ, ਅੰਨ ਹੁੰਦਾ ਹੀ ਨਹੀਂ ਸੀ ਪੂਰੇ ਦੇਸ਼ ਵਿੱਚ। ਕੋਈ ਅਤਿਥੀ ਆਉਣਾ, ਉਹਦੀ ਇਹਨਾਂ ਨੇ ਸੇਵਾ ਕਰਨੀ ਔਰ ਉਹਨੂੰ ਭੋਜਨ ਛਕਾਉਣਾ ਜੋ ਆਪ ਛਕਦੇ ਹਨ। ਜੋ ਦੇਖੈ ਸੋ ਖਵਾਵਈ ਤਾਹੇ ਦੇਸ਼ ਕੀ ਰੀਤ। ਇਹ ਉਸ ਦੇਸ਼ ਦੀ ਰੀਤ ਸੀ। ਰੀਤ ਤਾਂ ਉਹਨਾਂ ਦੀ ਚੰਗੀ ਸੀ, ਪਰ ਖਵਾਉਂਦੇ ਮਾਸ ਸਨ। ਸਮੱਸਿਆ ਇਹੀ ਸੀ ਕਿ ਮਾਸ ਤੋਂ ਇਲਾਵਾ ਉੱਥੇ ਕੁਝ ਹੋਰ ਹੁੰਦਾ ਨਹੀਂ ਸੀ। ਇਸ ਕਰਕੇ ਜਿਹਨੇ ਵੀ ਆਉਣਾ, ਕਿਸੇ ਵੀ ਵਿਦੇਸ਼ੀ ਨੇ ਉਹਨਾਂ ਦੇ ਦੇਸ਼ ਵਿੱਚ ਪਹੁੰਚਣਾ, ਉਹਨੂੰ ਵੇਖ ਕੇ ਉਹਨੂੰ ਅਤਿਥੀ ਸਮਝ ਕੇ ਵੀ ਸਾਡੇ ਦੇਸ਼ ਦਾ ਅਤਿਥੀ ਹੈ, ਪ੍ਰਾਹੁਣਾ ਹੈ, ਇਸ ਭਾਵਨਾ ਨਾਲ ਉਹਨੂੰ ਇਹ ਮਾਸ ਦਾ ਲੰਗਰ ਛਕਾਉਂਦੇ ਸਨ। ਚੌਪਈ ਬੈਠੇ ਗੁਰੂ ਜਾਏ ਇੱਕ ਥਾਏ। ਸਤਿਗੁਰੂ ਸੱਚੇ ਪਾਤਸ਼ਾਹ ਵੀ ਇਹਨਾਂ ਤੇ ਤਰਸ ਕਰਨ ਲਈ ਪਹੁੰਚ ਗਏ। ਦਇਆ ਦੇ ਘਰ ਵਿੱਚ ਆਉਣ ਵਾਸਤੇ ਦਿਆਲੂ ਹੋ ਕੇ ਪਹੁੰਚ ਗਏ। ਇੱਕ ਜਗ੍ਹਾ ਤੇ ਆ ਕੇ ਬੈਠੇ। ਦੁੰਬੇ ਤਹ ਅਯਾਲ ਚਰਾਏ। ਇਸ ਦੇਸ਼ ਦੇ ਵਿੱਚ ਜ਼ਿਆਦਾ ਦੂੰਬੇ ਸਨ। ਦੂੰਬਿਆਂ ਨੂੰ ਬਹੁਤ ਜ਼ਿਆਦਾ ਇੱਥੇ ਉਹੀ ਉਹਨਾਂ ਦਾ ਹੀ ਮਾਸ ਜ਼ਿਆਦਾ ਖਾਂਦੇ ਸੀ। ਦੂੰਬਿਆਂ ਨੂੰ ਹੀ ਪਾਲਦੇ ਸਨ। ਉਹਨਾਂ ਦੀ ਉਹਨਾਂ ਆਦਤ ਤੋਂ ਹੀ ਆਪਣੇ ਕੰਮ ਕਰਦੇ ਸਨ। ਉੱਥੇ ਇੱਕ ਅਯਾਲੀ ਆਜੜੀ, ਉਹ ਦੂੰਬੇ ਚਾਰ ਰਿਹਾ ਸੀ। ਉਹਨੇ ਗੁਰੂ ਨਾਨਕ ਸਾਹਿਬ ਨੂੰ ਬੈਠਿਆਂ ਵੇਖਿਆ। ਸੋ ਆਇਓ ਸ਼੍ਰੀ ਨਾਨਕ ਪਾਸਾ। ਉਹ ਚੱਲ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ। ਠਾਂਡੋ ਨਿਕਟ ਕੀਨ ਅਰਦਾਸਾ। ਆਪਣੇ ਦੇਸ਼ ਦੀ ਰੀਤੀ ਮੁਤਾਬਕ ਜਿਹੜੀ ਉਹਨਾਂ ਦੀ ਮਰਿਆਦਾ ਸੀ, ਸਤਿਗੁਰਾਂ ਦੇ ਸਨਮੁਖ ਆ ਕੇ ਉਹਨੇ ਹੱਥ ਜੋੜੇ ਬੜੇ ਪਿਆਰ ਨਾਲ ਔਰ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ, ਮਾਰੋ ਦੁੰਬਾ ਭੋਜਨ ਕਰੀਐ। ਮਹਾਰਾਜ ਜੀ ਭੋਜਨ ਕਰੋ, ਮੈਂ ਦੂੰਬਾ ਮਾਰਦਾ ਹੁਣੇ, ਕਿਉਂਕਿ ਸਾਡੇ ਇੱਥੇ ਇਹੀ ਭੋਜਨ ਹੈ। ਮਹਾਰਾਜ ਹੁਣੇ ਇੱਕ ਦੂੰਬਾ ਮੈਂ ਮਾਰ ਲੈਣਾ, ਝਟਕਾ ਲੈਣਾ, ਤੇ ਦੂੰਬੇ ਦਾ ਮਾਸ ਮਹਾਰਾਜ ਜੀ ਆਪ ਜੀ ਭੋਜਨ ਛਕੋ। ਸ਼ਰਮ ਮਾਰਗ ਕੋ ਸਭ ਪਰ ਹਰੀਏ। ਤੇ ਪਾਤਸ਼ਾਹ ਜੀ ਬੜੀ ਦੂਰੋਂ ਚੱਲ ਕੇ ਆਏ, ਜਾਪਦੇ ਹੋ ਕੋਈ ਸੰਤ ਹੋ, ਰਸਤੇ ਦਾ ਥਕੇਵਾਂ ਵੀ ਇੱਥੇ ਆਪ ਜੀ ਦਰਬਾਰੋਂ ਦੂਰ ਕਰੋ। ਜੇ ਤੁਮ ਖਾਹੋ ਨਾ ਮੋਰੇ ਉਚਾਰੇ। ਤੇ ਮਹਾਰਾਜ ਜੀ ਸਮੱਸਿਆ ਇਹ ਹੈ ਵੀ ਜੇ ਤੁਸੀਂ ਮੇਰੇ ਕਹਿਣ ਤੇ ਨਹੀਂ ਖਾਓਗੇ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਵੇਖਿਆ, ਹੁਣ ਮੇਰੀ ਇਹ ਡਿਊਟੀ ਹੈ ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕਿ ਮੈਂ ਤੁਹਾਨੂੰ ਭੋਜਨ ਛਕਾਉਣਾ, ਤੇ ਜੇ ਤੁਸੀਂ ਮੇਰੇ ਆਖੇ ਲੱਗ ਕੇ ਭੋਜਨ ਨਾ ਛਕੋਗੇ, ਮੇਰੋ ਖਾਵੰਦ ਮੋਕੋ ਮਾਰੇ। ਤੇ ਜਿਹੜਾ ਮੇਰਾ ਖਾਵੰਦ ਦਾ ਮਾਲਕ ਉਹ ਮੈਨੂੰ ਮਾਰੇਗਾ, ਉਹ ਮੈਨੂੰ ਸਜ਼ਾ ਦੇਵੇਗਾ, ਤਾੜਨਾ ਕਰੇਗਾ। ਦੇਸ਼ ਰੀਤ ਹਮਰੇ ਹੈ ਇਹੀ। ਮਹਾਰਾਜ ਜੀ ਸਾਡੇ ਦੇਸ਼ ਦੀ ਇਹ ਰੀਤ ਹੈ, ਸਾਡੇ ਦੇਸ਼ ਦੀ ਇਹ ਮਰਜ਼ਾਦਾ ਹੈ। ਜੋ ਦੇਖੈ ਸੋ ਭੋਜਨ ਦੇਹੀ। ਜਿਹੜਾ ਕਿਸੇ ਅਤਿਥੀ ਨੂੰ ਸਭ ਤੋਂ ਪਹਿਲਾਂ ਵੇਖੇ ਉਹੀ ਉਹਨੂੰ ਭੋਜਨ ਦੇਵੇ। ਇਹ ਸਾਡੇ ਦੇਸ਼ ਦੀ ਮਰਿਆਦਾ ਹੈ, ਇਹ ਸਾਡੇ ਦੇਸ਼ ਦੀ ਰੀਤ ਹੈ। ਜੇ ਨਾ ਦੇ ਤੇ ਡੰਡ ਲਗਾਵੈ। ਤੇ ਜਿਹੜਾ ਨਾ ਦੇਵੇਗਾ ਵੇਖ ਕੇ ਕਿਸੇ ਅਤਿਥੀ ਨੂੰ, ਉਹਨੂੰ ਫਿਰ ਸਾਰੇ ਦੇਸ਼ ਦੇ ਲੋਕ ਦੰਡ ਦਿੰਦੇ ਨੇ, ਉਹਨੂੰ ਸਜ਼ਾ ਦਿੰਦੇ ਨੇ, ਉਹਦਾ ਭਾਂਡਾ ਬਰਤਨ ਭਾਜੀ ਸਭ ਕੁਝ ਵੱਖਰਾ ਕਰ ਦਿੰਦੇ ਨੇ। ਮਿਲ ਨਰ ਤਾਂ ਕੋ ਬਹੁਤ ਲੱਜਾਵੈ। ਔਰ ਉਹਨੂੰ ਸ਼ਰਮਿੰਦਾ ਕਰਦੇ ਨੇ, ਉਹਨੂੰ ਲਾਹਨਤਾਂ ਪਾਉਂਦੇ ਨੇ, ਤਰਕਾਰਾਂ ਪਾਉਂਦੇ ਨੇ ਕਿ ਤੂੰ ਅਤਿਥੀ ਆਇਆ, ਸਭ ਤੋਂ ਪਹਿਲਾਂ ਵੇਖਿਆ, ਤੂੰ ਉਹਦੀ ਸੇਵਾ ਨਹੀਂ ਕੀਤੀ, ਤੂੰ ਉਹਨੂੰ ਭੋਜਨ ਨਹੀਂ ਛਕਾਇਆ। ਏਦਾਂ ਫਿਰ ਉਹ ਲਜਾਏ ਮਾਨ ਕਰਦੇ ਹਨ। ਦੋਹਰਾ ਅੰਨ ਅਗਨ ਏਠਾ ਨਹੀਂ, ਨਾਹੇ ਉਡੀਕੋ ਤਾਹੇ। ਤੇ ਮਹਾਰਾਜ ਜੀ ਅੰਨ ਤੇ ਅੱਗ ਸਾਡੇ ਦੇਸ਼ ਵਿੱਚ ਦੋਵੇਂ ਕੋਈ ਨਹੀਂ। ਇਸ ਕਰਕੇ ਤੁਸੀਂ ਇਹ ਉਡੀਕ ਨਾ ਕਰਿਓ ਵੀ ਸ਼ਾਇਦ ਤੁਹਾਡੇ ਵਾਸਤੇ ਕੋਈ ਅੰਨ ਲੈ ਕੇ ਆਵੇਗਾ, ਉਹ ਹੈ ਹੀ ਨਹੀਂ ਸਾਡੇ ਦੇਸ਼ ਵਿੱਚ। ਇਸ ਕਰਕੇ ਇੱਥੇ ਤਾਂ ਮਹਾਰਾਜ ਦੂੰਬੇ ਫਿਰਦੇ ਆ ਜਿਹੜੇ ਮੇਰੇ ਕੋਲ, ਇਹੀ ਇਹਦੇ ਵਿੱਚੋਂ ਇੱਕ ਝਟਕਾਵਾਂਗਾ ਤੇ ਤੁਹਾਨੂੰ ਪੱਥਰਾਂ ਦੋਨਾਂ ਵਿੱਚ ਰੱਖ ਕੇ ਜਦੋਂ ਰਿੰਨਿਆ ਜਾਏਗਾ ਤੇ ਛਕਾਵਾਂਗਾ। ਇਹਦੇ ਤੋਂ ਇਲਾਵਾ ਹੋਰ ਕੁਝ ਨਹੀਂ ਆਉਣਾ ਇੱਥੇ। ਜੇ ਤੁਸੀਂ ਉਡੀਕ 'ਚ ਬੈਠੇ ਹੋਵੋ ਕਿ ਸ਼ਾਇਦ ਕਿਤੋਂ ਅੰਨ ਆ ਜਾਏਗਾ, ਤੇ ਇਸ ਕਰਕੇ ਮਹਾਰਾਜ ਜੀ ਮੇਰੀ ਇਹੀ ਭੇਟਾ ਸਵੀਕਾਰ ਕਰੋ। ਗੁਰੂ ਕਹੈ ਦੁੰਬਾ ਕਹੋ ਦਿਓ ਪਕਾਏ ਤਾਂ ਖਾਹੇ। ਮਹਾਰਾਜ ਜੀ ਕਹਿੰਦੇ ਕਰ ਲੈ ਬਈ ਸੇਵਾ ਤੂੰ ਜਿਹੜੀ ਤੈਂ ਕਰਨੀ ਹੈ, ਜੋ ਤੂੰ ਕਹਿਣਾ। ਜੇ ਤੇਰਾ ਖਾਵੰਦ ਤੇਰੇ ਨਾਲ ਨਾਰਾਜ਼ ਹੁੰਦਾ ਹੈ ਤੇ ਅਸੀਂ ਤੇਰਾ ਖਾਵੰਦ ਤੇਰੇ ਤੋਂ ਕਾਹਨੂੰ ਨਾਰਾਜ਼ ਹੋਣ ਦੇਈਏ।
ਤੇਰੇ ਦੇਸ਼ ਦੀ ਰੀਤੀ ਚੰਗੀ ਰੀਤੀ ਹੈ, ਵਧੀਆ ਰੀਤੀ ਹੈ, ਮਾੜੀ ਰੀਤੀ ਨਹੀਂ ਕਿ ਕੋਈ ਅਤਿਥੀ ਦਿਸੇ, ਜਿਸ ਨੂੰ ਦਿਸੇ ਸਭ ਤੋਂ ਪਹਿਲਾਂ ਉਹੀ ਸੇਵਾ ਕਰੇ। ਇਹ ਤਾਂ ਬੜੀ ਵਧੀਆ ਰੀਤੀ ਹੈ, ਉਹਨਾਂ ਨੂੰ ਭੋਜਨ ਛਕਾਉਣਾ। ਤੇ ਤੁਹਾਡੇ ਦੇਸ਼ ਦੀ ਇਸ ਚੰਗੀ ਚੱਲ ਰਹੀ ਰੀਤੀ ਨੂੰ ਅਸੀਂ ਕਿਉਂ ਰੋਕੀਏ, ਕਿਉਂ ਵਰਜੀਏ? ਕਰ ਲੈ ਜੋ ਤੂੰ ਸੇਵਾ ਕਰਨੀ ਹੈ। ਚੌਪਈ ਮਾਰ ਦੁੰਬਾ ਤਿਨ ਮਾਸ ਬਣਾਇਓ। ਉਹਨੇ ਉਸੇ ਵੇਲੇ ਗਿਆ, ਕਿਉਂਕਿ ਕੰਮ ਹੀ ਉਹਨਾਂ ਦਾ ਰੋਜ਼ ਦਾ ਇਹੀ ਸੀ, ਖਾਣਾ ਹੀ ਮਾਸ ਹੁੰਦਾ ਸੀ। ਗਿਆ, ਜਾਂਦਿਆਂ ਸਾਰ ਇੱਕ ਦੁੰਬਾ ਫੜਿਆ, ਝਟਕ ਲਿਆ, ਝਟਕ ਕੇ ਕਰਕੇ ਸਫਾਈ ਉਹਦੀ ਖੱਲ ਆਦਿਕ ਲਾਹ ਕੇ ਮਾਸਾਂ ਦੇ ਟੁਕੜੇ ਕਰਕੇ ਪੱਥਰਾਂ ਵਿੱਚ ਜਿਵੇਂ ਰੱਖਦੇ ਸਨ ਉਸੇ ਤਰ੍ਹਾਂ ਰੱਖ ਕੇ ਤਿਆਰ ਕਰਕੇ ਜਾਪ ਭਾਨ ਕਰ ਤਬ ਹੈ ਪਕਾਇਓ। ਔਰ ਸੂਰਜ ਦਾ ਉਦੈ ਪ੍ਰਕਾਸ਼ ਸੀਗਾ, ਏਦਾਂ ਉਹਨੇ ਪਕਾ ਲਿਆ ਜਿਵੇਂ ਅੱਗੇ ਪਕਾਉਂਦੇ ਸਨ। ਕਰ ਤਿਆਰ ਧਰ ਦੀਨ ਅਗਾਰੀ। ਤੇ ਤਿਆਰ ਕਰਕੇ ਕੋਈ ਪੱਤਲ ਜਿਹਾ ਲੈ ਕੇ ਦਰਖਤ ਦਾ ਹੀ ਉਹਦੇ ਤੇ ਰੱਖ ਕੇ ਸਤਿਗੁਰਾਂ ਦੇ ਕੋਲ ਲੈ ਆਇਆ। ਦੇਖ ਗੁਰੂ ਤਬ ਗਿਰਾਇਓ ਚਾਰੀ। ਜਦੋਂ ਲਿਆ ਕੇ ਕੋਲ ਰੱਖਿਆ, ਮਹਾਰਾਜ ਜੀ ਨੇ ਵੇਖਿਆ, ਇਸ ਕੀ ਅਸਤ ਖਾਲ ਹੈ ਜੋ। ਮਹਾਰਾਜ ਜੀ ਕਹਿੰਦੇ ਆ, ਭਾਈ ਇਹਦੀ ਖੱਲੜੀ ਕਿੱਥੇ ਹੈ? ਇਹ ਜਿਹੜਾ ਦੂੰਬਾ ਤੂੰ ਲਿਆਇਆ ਹੈ, ਇਹਦੀ ਖੱਲ ਕਿੱਥੇ ਹੈ? ਜਿਹੜੀ ਖੱਲ ਤੇ ਹੱਡੀਆਂ ਵਗੈਰਾ ਵੱਖਰੀਆਂ ਕੀਤੀਆਂ ਨੇ ਇਹਦੀਆਂ, ਉਹ ਕਿੱਥੇ ਹਨ? ਉਹ ਵੀ ਲੈ ਆ। ਇਕੱਠੀ ਕਰ ਢਿਗਿਆ 900। ਉਹ ਵੀ ਇਕੱਠੀਆਂ ਕਰਕੇ ਸਾਡੇ ਕੋਲ ਇੱਥੇ ਹਾਜ਼ਰ ਕਰ। ਆਇਸ ਮਾਨੇ ਅਸਤ ਚੁਨ ਸਾਰੇ। ਮਹਾਰਾਜ ਜੀ ਦੀ ਆਗਿਆ ਮੰਨ ਕੇ ਇਹਨੇ ਹੱਡੀਆਂ ਜਿਹੜੀਆਂ ਮਾਸ ਵਿੱਚੋਂ ਵੱਖਰੀਆਂ ਕੱਢੀਆਂ ਸਨ ਤੇ ਜਿਹੜਾ ਉਹਦਾ ਚਮੜਾ ਵਗੈਰਾ ਸੀ ਖਾਲੋ ਸਾਰੀ ਲਿਆਂਦੀ। ਪਾਏ ਚਰਮ ਮੈਂ ਧਰੇ ਅਗਾਰੀ। ਉਹ ਚਮੜੇ ਦੇ ਵਿੱਚ ਪਾ ਕੇ ਸਾਰੀਆਂ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀਆਂ। ਤੇ ਬਿਲੋਕ ਬੋਲੇ ਜਗ ਸਾਈ। ਜਗਤ ਦੇ ਸਾਈਂ ਪਾਤਸ਼ਾਹ ਵੇਖ ਕੇ ਬੋਲੇ, ਉਠ ਦੁੰਬੇ ਚਰੀਏ ਹਰਿਆਈ। ਮਹਾਰਾਜ ਜੀ ਕਹਿੰਦੇ, ਉਠੋ ਦੂੰਬਿਆ, ਜਾ ਕੇ ਹਰਿਆਵਲ ਚਰ ਲੈ, ਇੱਥੇ ਪਿਆ ਕੀ ਕਰਦਾ? ਜਗਤ ਗੁਰੂ ਪਾਤਸ਼ਾਹ ਨੇ ਬਚਨ ਕਹੇ, ਜਿਨ੍ਹਾਂ ਦੇ ਬਚਨ ਨਾਲ ਮਹਾਰਾਜ ਜੀ ਨੇ ਜਦੋਂ ਆਖਿਆ ਹੋ ਜਾ ਤੇ ਸਾਰਾ ਸੰਸਾਰ ਹੋ ਗਿਆ, ਬਣ ਗਿਆ। ਸਤਿ ਸ੍ਰੀ ਅਕਾਲ। ਤੇ ਅੱਜ ਪਾਤਸ਼ਾਹ ਉਸ ਦੂੰਬੇ ਨੂੰ ਕਹਿਣ ਵੀ ਉੱਠ ਦੂੰਬਿਆ, ਆ ਕਿੱਡੀ ਸੋਹਣੀ ਹਰਿਆਵਲ ਹੈ, ਚਰਦਾ ਕਿਉਂ ਨਹੀਂ ਉੱਠ ਕੇ? ਇੱਥੇ ਪਿਆ ਕੀ ਕਰਦਾ? ਜਦੋਂ ਸਾਹਿਬਾਂ ਨੇ ਬਚਨ ਕਹੇ, ਬਚਨ ਕਰੇ ਜੀਵਿਓ ਤਤਕਾਲਾ। ਪਾਤਸ਼ਾਹ ਦੇ ਬਚਨ ਕਰਨੇ ਦੀ ਦੇਰੀ ਸੀ, ਉਹ ਸਾਰਾ ਦੂੰਬਾ ਸਾਬਤ ਹੋ ਕੇ ਜੀਵਤ ਹੋ ਗਿਆ। ਉਸੇ ਵੇਲੇ ਜੀਵਤ ਹੋ ਕੇ ਉੱਠ ਖਲੋਤਾ। ਦੇਖਤ ਭਇਓ ਹੈਰਾਨ ਅਯਾਲਾ। ਉਹ ਜਿਹੜਾ ਜਿਹੜੀ ਸੀ ਦੂੰਬੇ ਚਾਰਨ ਵਾਲਾ, ਉਹ ਵੇਖਦਿਆਂ ਹੀ ਦੰਗ ਹੋ ਗਿਆ, ਹੈਰਾਨ ਹੋ ਗਿਆ। ਅੱਖਾਂ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ, ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਵੀ ਆਹ ਹੋ ਕੀ ਗਿਆ, ਆਹ ਹੋ ਕੀ ਗਿਆ? ਉਹ ਵੇਖਦਿਆਂ ਅਚਰਜ ਹੋ ਗਿਆ, ਵੇਖਦਿਆਂ ਹੀ ਹੈਰਾਨ ਹੋ ਗਿਆ। ਕਲਾਵਾਨ ਜਬ ਮਨ ਮੈਂ ਚੀਨੰ। ਉਹਨੇ ਵੇਖ ਲਿਆ ਵੀ ਇਹ ਤਾਂ ਕੋਈ ਕਲਾਵਾਨ ਪੁਰਸ਼ ਨੇ, ਜਾਣ ਲਿਆ ਇਹ ਕੋਈ ਅਜਮਤੀ ਪੁਰਸ਼ ਨੇ। ਮੇਰੇ ਸਾਹਿਬ ਲਈ ਕੋਈ ਅਚਰਜ ਨਹੀਂ ਸੀ ਇਹ ਕੁਝ, ਔਰ ਜੇ ਮੇਰੇ ਸਾਹਿਬ ਨੇ ਕਲਾ ਵਿਖਾਈ ਵੀ ਹੈ ਤਾਂ ਇਸ ਲਈ ਵਿਖਾਈ ਹੈ ਕਿਉਂਕਿ ਇਸ ਦੇਸ਼ ਦੇ ਲੋਕਾਂ ਵਿੱਚ ਸ਼ਰਧਾ ਜਗਾਉਣੀ ਸੀ। ਸ਼ਰਧਾਲੂ ਦੇ ਅੰਦਰ ਸ਼ਰਧਾ ਪੈਦਾ ਕਰਨ ਵਾਸਤੇ ਗੁਰੂ ਕੀ ਕਲਾ ਛਿਨ ਛਿਨ ਪਲ ਪਲ ਵਰਤਦੀ ਹੈ, ਔਰ ਉਹ ਜਦੋਂ ਵੇਖਦਾ ਤੇ ਉਹਦੀ ਸ਼ਰਧਾ ਹੋਰ ਦੁੱਗਣੀ ਹੁੰਦੀ ਚਲੀ ਜਾਂਦੀ ਹੈ। ਪਾਤਸ਼ਾਹ ਦੀ ਕਲਾ ਗੁਰੂ ਘਰ ਵਿੱਚ ਸੁਤੇ ਵਰਤਦੀ ਹੈ, ਤੇ ਜਦੋਂ ਵਰਤਦੀ ਹੈ ਤੇ ਸ਼ਰਧਾਲੂ ਦਾ ਹਿਰਦਾ ਹੋਰ ਸ਼ਰਧਾ ਨਾਲ ਭਰ ਜਾਂਦਾ ਹੈ। ਹੁਣ ਇਹ ਲੋਕ ਇਹਨਾਂ ਅੰਦਰ ਸ਼ਰਧਾ ਜਗਾਉਣੀ ਸੀ, ਪਾਤਸ਼ਾਹ ਨੇ ਇਸ ਕਰਕੇ ਕਲਾ ਵਰਤਾਈ ਹੈ। ਤੋ ਜਦੋਂ ਮਹਾਰਾਜ ਜੀ ਦੀ ਇਹ ਕਲਾ ਵੇਖੀ, ਵੇਖਦਿਆਂ ਸਾਰ ਬੜਾ ਅਚਰਜ ਹੋਇਆ। ਉਹ ਅਯਾਲੀ ਜਿਹੜੀ ਸੀ ਉਹ ਬੜਾ ਹੈਰਾਨ ਹੋਇਆ, ਇੱਕਦਮ ਅਚਰਜ ਹੋ ਗਿਆ। ਚਰਨ ਕਮਲ ਪਰ ਬੰਧਨ ਕੀਨੰ। ਡਿੱਗ ਪਿਆ ਜਿਵੇਂ ਡੰਡਾ ਨਹੀਂ ਡਿੱਗਦਾ ਜ਼ਮੀਨ ਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡੰਡਵਤ ਡਿੱਗ ਪਿਆ, ਬੰਦਨਾ ਕੀਤੀ। ਮਹਾਰਾਜ ਪ੍ਰਣਾਮ ਹੈ ਆਪ ਜੀ ਨੂੰ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਗੁਰਦੇਵ ਕੋ। ਸਤਨਾਮ ਜਿਸ ਮੰਤਰ ਸੁਣਾਇਆ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਹਾਰਾਜ ਆਪ ਜੀ ਨੂੰ ਪ੍ਰਣਾਮ ਹੈ।
ਆਪ ਜੀ ਨੂੰ ਨਮਸਕਾਰ ਹੈ। ਵੈਸਿਓ ਸ਼ਰਧਾ ਧਾਰ ਸਮੀਪਾ। ਮਹਾਰਾਜ ਜੀ ਤੇ ਸ਼ਰਧਾ ਧਾਰਨ ਕਰਕੇ, ਪ੍ਰੇਮ ਧਾਰਨ ਕਰਕੇ ਮਹਾਰਾਜ ਜੀ ਦੇ ਪਾਸ ਬੈਠ ਗਿਆ। ਤਬ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਸ਼ਾਹ ਬਿਸਾਲ ਬਿਲੋਕੋ ਜੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਹਾਡੇ ਇਸ ਦੇਸ਼ ਦਾ ਜਿਹੜਾ ਸ਼ਾਹ ਹੈ, ਪੁਰ ਤੇ ਜਾਏ ਬੁਲਾਵੋ ਸੋ। ਜਾਓ ਆਪਣੇ ਦੇਸ਼ ਦੇ ਨਾ ਰਾਜੇ ਨੂੰ, ਨਗਰ ਦਾ ਜਿਹੜਾ ਤੁਹਾਡਾ ਸ਼ਾਹ ਹੈ, ਰਾਜਾ ਹੈ, ਉਹਨੂੰ ਬੁਲਾ ਕੇ ਲਿਆਓ ਸਾਡੇ ਪਾਸ। ਆਏ ਸਮਾਨ ਨਗਰ ਮੈਂ ਗਇਓ। ਸਤਿਗੁਰਾਂ ਦੀ ਆਗਿਆ ਮੰਨ ਕੇ ਇਹ ਨਗਰ ਵਿੱਚ ਗਿਆ। ਉਸੇ ਵਕਤ ਮਹਾਰਾਜ ਜੀ ਦੀ ਆਗਿਆ ਲੈ ਕੇ ਨਗਰ ਪਹੁੰਚਿਆ। ਸ਼ਾਹੋ ਏਕ ਢਿਗ ਬੈਠਤ ਭਇਓ। ਨਗਰ ਦਾ ਜਿਹੜਾ ਵੱਡਾ ਸ਼ਾਹ ਸੀ ਉਹਦੇ ਕੋਲ ਜਾ ਕੇ ਬੈਠ ਗਿਆ। ਕਹਿਣ ਲੱਗਿਓ ਸੁਣੀਏ ਬਿਰਤੰਤਾ। ਉਹਨੂੰ ਜਾ ਕੇ ਪਹਿਲਾਂ ਇਹਨੇ ਸਾਰਾ ਬਿਰਤਾਂਤ ਦੱਸਿਆ। ਕਹਿੰਦਾ ਸ਼ਾਹ ਜੀ ਸੁਣੋ, ਵਹਿਰ ਸੰਤ ਹੈ ਇੱਕ ਦੁੱਖ ਖੰਤਾ। ਬਾਹਰ ਇੱਕ ਸੰਤ ਆਏ ਹਨ ਜੋ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ। ਕਲਾਵਾਨ ਹੈ ਪਰਮ ਉਦਾਰਾ। ਬੜੇ ਕਲਾਵਾਨ ਪੁਰਸ਼ ਨੇ, ਬੜੇ ਉਦਾਰ ਨੇ, ਬੜੇ ਪਰਮ ਹਨ। ਤਿਹਨੈ ਤੋ ਕੋ ਨਿਕਟ ਹਕਾਰਾ। ਉਹਨਾਂ ਨੇ ਤੈਨੂੰ ਆਪਣੇ ਕੋਲ ਬੁਲਾਇਆ, ਤੈਨੂੰ ਆਪਣੇ ਕੋਲ ਸੱਦਿਆ। ਸੁਣਤ ਸ਼ਾਹ ਧਰ ਹਰ ਕਬਿਸਾਲਾ। ਸੁਣ ਕੇ ਸ਼ਾਹ ਬੜਾ ਖੁਸ਼ ਹੋਇਆ ਵੀ ਇਹੋ ਜਿਹੇ ਮਹਾਤਮਾ ਜਿਨ੍ਹਾਂ ਦੇ ਬਚਨਾਂ ਨਾਲ ਮੁਰਦੇ ਜੀਵਤ ਹੋ ਜਾਂਦੇ ਹਨ, ਐਸੇ ਦਿਆਲੂ ਹਨ। ਇੱਕਦਮ ਉਹਦੇ ਅੰਦਰ ਵੀ ਜਗਿਆਸਾ ਪੈਦਾ ਹੋਈ ਕਿ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਉਹਨਾਂ ਨੇ ਮੈਨੂੰ ਸੱਦਿਆ। ਪੁਰ ਤੇ ਨਿਕਸ ਚੱਲਿਓ ਤਤਕਾਲਾ। ਤਾਤਕਾਲ ਉਸੇ ਵੇਲੇ ਆਪਣੇ ਨਗਰ ਤੋਂ ਨਿਕਲ ਕੇ ਚੱਲ ਪਿਆ। ਲੈ ਅਯਾਲ ਤੇ ਕੋ ਨਿਜ ਸੰਗਾ। ਉਹ ਸਾਜੜੀ ਨੂੰ ਨਾਲ ਲੈ ਲਿਆ ਵੀ ਅੱਗੇ ਰੱਗ ਕੇ ਰਾਹ ਦੱਸ ਵੀ ਕਿੱਥੇ ਨੇ ਉਹ, ਤੂੰ ਮੈਨੂੰ ਨਾਲ ਲੈ ਕੇ ਚੱਲ। ਉਸ ਅਯਾਲੀ ਨੂੰ ਨਾਲ ਲੈ ਕੇ ਟੁਰ ਪਿਆ। ਗੁਰ ਸਮੀਪ ਆਵਾ ਸੋ ਉਮੰਗਾ। ਬੜੇ ਉਮੰਗ ਤੇ ਚਾਅ ਨਾਲ ਸਤਿਗੁਰਾਂ ਦੇ ਕੋਲ ਆਇਆ। ਬੈਠ ਗਇਓ ਪਗ ਬੰਧਨ ਕਰਕੇ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਕੇ ਬੈਠ ਗਿਆ। ਦਰਸ ਬਿਲੋਕਤ ਸੁਖ ਉਰ ਭਰ ਕੇ। ਸਾਹਿਬ ਦੇ ਦਰਸ਼ਨ ਕੀਤੇ, ਹਿਰਦਾ ਸੁੱਖ ਨਾਲ ਭਰ ਗਿਆ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹਿਰਦਾ ਸੁੱਖ ਨਾਲ ਭਰ ਗਿਆ। ਜਗ ਗੁਰ ਕਹਿਤ ਪਏ ਸੁਨ ਸ਼ਾਹੂ। ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਸ਼ਾਹ ਜੀ ਸੁਣੋ। ਅੰਨੋ ਅੰਨ ਜੇ ਹੈ ਘਰ ਮਾਹੂ। ਸ਼ਾਹ ਜੀ ਜੇ ਘਰ ਵਿੱਚ ਅੰਨ ਹੈ ਤੇ ਅੰਨ ਲੈ ਕੇ ਆਓ ਸਾਡੇ ਵਾਸਤੇ। ਸ਼ਾਹੂਕਾਰ ਸੀ ਤੇ ਸ਼ਾਹੂਕਾਰ ਦੇ ਘਰ ਵਿੱਚ ਤਾਂ ਸੁਭਾਵਕ ਸੀ ਵੀ ਅੰਨ ਹੋਣਾ ਹੀ ਸੀ। ਮਹਾਰਾਜ ਜੀ ਨੇ ਆਖਿਆ ਵੀ ਜਾ ਘਰ ਜਾ ਕੇ ਅੰਨ ਲੈ ਕੇ ਆ। ਸ਼ਾਹੋ ਕਹੈ ਸਗਰੇ ਇਸ ਦੇਸ਼ਾ। ਸ਼ਾਹੂ ਅੱਗੋਂ ਬੋਲਿਆ, ਕਹਿਣ ਲੱਗਾ ਮਹਾਰਾਜ ਜੀ ਸਾਡੇ ਇਸ ਸਾਰੇ ਦੇਸ਼ ਵਿੱਚ ਅੰਨ ਨਾ ਉਪਜਤ ਸੁਨ ਦਰਵੇਸ਼ਾ। ਇਹ ਦਰਵੇਸ਼ ਜੀ ਅੰਨ ਉਪਜਦਾ ਹੀ ਨਹੀਂ। ਸਾਡੇ ਇਸ ਸਾਰੇ ਦੇਸ਼ ਵਿੱਚ ਅੰਨ ਪੈਦਾ ਹੀ ਨਹੀਂ ਹੁੰਦਾ। ਆਮਿਕ ਖਾਨ ਕਰੈ ਨਰ ਸਭ ਹੀ। ਇੱਥੇ ਰਹਿਣ ਵਾਲੇ ਸਾਰੇ ਲੋਕ ਮਾਸ ਹੀ ਖਾਂਦੇ ਹਨ। ਤੁਮ ਜੇ ਚਾਹੋ ਲਿਆਓ ਮੈਂ ਅਬ ਹੀ। ਤੁਸੀਂ ਜੇ ਅੰਨ ਚਾਹੁੰਦੇ ਹੋ ਤੇ ਮੈਂ ਤੁਹਾਡੇ ਵਾਸਤੇ ਕਿਤੋਂ ਪ੍ਰਬੰਧ ਕਰਕੇ ਲੈ ਆਉਂਦਾ ਹਾਂ। ਗੁਰੂ ਕਹੈ ਜੇ ਸਿੱਖੀ ਧਾਰ ਹੋ। ਮਹਾਰਾਜ ਜੀ ਕਹਿੰਦੇ ਆ ਸ਼ਾਹ ਜੀ ਜੇ ਤੂੰ ਸਿੱਖੀ ਧਾਰੇਗਾ, ਮੁਖ ਤੇ ਨਾਮ ਸ਼੍ਰੀ ਪ੍ਰਭ ਉਚਾਰੋ। ਤੇ ਰਸਨਾ ਤੋਂ ਵਾਹਿਗੁਰੂ 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 ਦਾ ਜਾਪ ਜਪੇਗਾ। ਅੰਨ ਅਗਨ ਹਮ ਦੇਵੈ ਦੋ। ਤੇ ਅਸੀਂ ਇਹਦੇ ਬਦਲੇ ਤੁਹਾਨੂੰ ਅੰਨ ਵੀ ਦੇਵਾਂਗੇ ਤੇ ਅਗਨੀ ਵੀ ਦੇਵਾਂਗੇ, ਕਿਉਂਕਿ ਤੁਹਾਡੇ ਦੇਸ਼ ਵਿੱਚ ਅੱਗ ਵੀ ਨਹੀਂ ਤੇ ਅੰਨ ਵੀ ਨਹੀਂ। ਮਹਾਰਾਜ ਜੀ ਕਹਿੰਦੇ ਜੇ ਸਿੱਖੀ ਧਾਰੋਗੇ, ਜੇ ਤੁਸੀਂ ਸੱਚੇ ਨਾਮ ਦਾ ਜਾਪ ਜਪੋਗੇ, ਕਰਤਾਰ ਦਾ ਭਜਨ ਕਰੋਗੇ, ਤੇ ਤੁਹਾਨੂੰ ਇਹ ਦੋਵੇਂ ਦਾਤਾਂ ਕਰਤਾਰ ਕੋਲੋਂ ਦਵਾ ਦੇਾਂਗੇ। ਗਹ ਹੈ ਜੋ ਮਤ ਹਮਾਰ ਸਭ ਕੋ। ਕਹਿਣ ਲੱਗਾ ਜੀ ਜਿਹੜਾ ਸਾਡਾ ਮਤ ਹੈ, ਇਉਂ ਸੁਨ ਭਾ ਅਧੀਨ ਬਹੁ ਸ਼ਾਹੂ। ਮਹਾਰਾਜ ਜੀ ਅਸੀਂ ਤੁਹਾਡੇ ਅਧੀਨ ਹਾਂ। ਜੇ ਆਪ ਜੀ ਐਡਾ ਵੱਡਾ ਤਰਸ ਕਰੋਗੇ ਸਾਡੇ ਤੇ ਮਹਾਰਾਜ, ਤੇ ਅਸੀਂ ਤੁਹਾਡੇ ਅਧੀਨ ਹਾਂ। ਸੰਤ ਰੂਪ ਤੁਮ ਬੇਪਰਵਾਹੂ। ਮਹਾਰਾਜ ਤੁਸੀਂ ਸੰਤ ਰੂਪ ਹੋ, ਬੇਪਰਵਾਹ ਹੋ। ਜੇ ਦੁਐ ਦੇਹੋ ਹੋਏ ਸਿੱਖ ਸਭ ਹੀ। ਮਹਾਰਾਜ ਜੇ ਦੋਵੇਂ ਦਾਤਾਂ ਦਿਓਗੇ ਅਸੀਂ ਸਾਰੇ ਤੁਹਾਡੇ ਸਿੱਖ ਹੋ ਜਾਵਾਂਗੇ। ਤੁਮਰਾ ਗ੍ਰਹਿਣ ਕਹੈ ਮਤ ਅਬ ਹੀ। ਜਿਹੜਾ ਮਤ ਆਪ ਜੀ ਦਾ ਹੈ ਉਹ ਅਸੀਂ ਗ੍ਰਹਿਣ ਕਰਾਂਗੇ। ਕਿਰਪਾ ਧਾਰ ਗੁਰ ਬੈਨ ਉਚਾਰੇ। ਕਿਰਪਾ ਦੇ ਘਰ ਵਿੱਚ ਆ ਕੇ ਸਾਹਿਬ ਜੀ ਬੋਲੇ, ਹੋ ਜਲਿਆਓ ਕਛ ਅੰਨ ਤੁਮਾਰੇ। ਜਾਂ ਫਿਰ ਕਿਤੋਂ
ਅੰਨ ਕਿਤੇ ਥੋੜਾ ਬਹੁਤਾ ਪਿਆ ਹੋਵੇ ਖੋਜ ਕੇ ਲਿਆ, ਲੱਭ ਕੇ ਲਿਆ। ਇਉ ਸੁਨ ਸ਼ਾਹ ਨਗਰ ਮੈਂ ਆਇਓ, ਸੁਣ ਕੇ ਉਹ ਸ਼ਾਹੂਕਾਰ ਨਗਰ ਵਿੱਚ ਗਿਆ। ਬਹੁਤ ਸਦਨ ਮੈਂ ਅੰਨ ਖੁਜਾਇਓ, ਹੁਣ ਘਰੋਂ ਲੱਭਣ ਲੱਗਾ, ਭਾਲਣ ਲੱਗਾ। ਦੋਹਰਾ ਏਕ ਸ਼ੇਰ ਗੋ ਧੂਮਪੁਰ ਖੋਜ ਤੇ ਆਈ ਹਾਥ। ਸਾਰੇ ਨਗਰ ਵਿੱਚ ਲੱਭਦਿਆਂ ਲੱਭਦਿਆਂ ਕਿਸੇ ਦੇ ਘਰੋਂ ਕਿਤੇ ਸੇਰਕ ਕਣਕ ਸੀ। ਗੋਧੂਮ ਕਹਿੰਦੇ ਆ ਕਣਕ ਨੂੰ। ਕਣਕ ਸੇਰਕ ਓਨੀ ਕੁ ਪਈ ਹੋਈ ਉਹ ਮਿਲ ਗਈ ਇਹਨੂੰ। ਗੁਰ ਟਿਕ ਆਇਓ ਸ਼ਾਹੋ ਪੁਨ ਭੂਪ ਪ੍ਰਜਾ ਲੀਏ ਸਾਥ। ਰਾਜਾ ਵੀ ਆਇਆ, ਪ੍ਰਜਾ ਵੀ ਆਈ, ਤੇ ਉਹ ਇੱਕ ਸੇਰ ਜਿਹੜੀ ਕਣਕ ਸੀ ਲੈ ਕੇ ਗੁਰੂ ਚਰਨਾਂ 'ਚ ਹਾਜ਼ਰ ਹੋਏ। ਚੌਪਈ ਨਮਸਕਾਰ ਚਰਨਨ ਪਰ ਕਰਕੇ, ਗੁਰੂ ਚਰਨਾਂ ਤੇ ਨਮਸਕਾਰ ਕੀਤੀ। ਬੈਠੇ ਨਿਕਟ ਭਾਉ ਉਰ ਧਰ ਕੇ, ਸਾਰੇ ਮਹਾਰਾਜ ਜੀ ਦੇ ਕੋਲ ਬੈਠ ਗਏ। ਗੁਰੂ ਕਹੈ ਬੀਜੋ ਛਿਤ ਮਾਹੀ। ਮਹਾਰਾਜ ਜੀ ਨੇ ਆਖਿਆ ਜਿਹੜੀ ਕਣਕ ਲਿਆਏ ਹੋ ਭਾਈ, ਜ਼ਮੀਨ ਵਾਹ ਕੇ ਇੱਥੇ ਹੀ ਇਹਨੂੰ ਬੀਜੋ। ਕਰਤਾ ਪੁਰਖ ਦੀ ਪਰਮੇਸ਼ਰ ਦੀ ਕਿਰਪਾ ਨਾਲ ਇਹ ਫਸਲ ਉੱਗੇਗੀ, ਇਹ ਬੀਜ ਉੱਗੇਗਾ, ਇਹ ਬੀਜ ਦਿਓ। ਹੋਏ ਅੰਨ ਤੋਟੈ ਜੇ ਨਾਹੀ, ਇਤਨਾ ਅੰਨ ਹੋਵੇਗਾ ਤੁਹਾਡੇ ਤੋਟਾ ਨਹੀਂ ਆਵੇਗਾ। ਆਇ ਸਮਾਨ ਬੋਵਨੀ ਕੀਨੀ, ਸਤਿਗੁਰਾਂ ਦੀ ਆਗਿਆ ਮੰਨ ਕੇ ਇਹਨਾਂ ਨੇ ਉਹ ਬੀਜ ਦਿੱਤਾ। ਉਗੀ ਬਿਲੋਕੀ ਸਬਜ਼ ਨਵੀਨੀ। ਅਗਲੇ ਦਿਨ ਹੀ ਕਹਿੰਦੇ ਉਹ ਕਣਕ ਉੱਗ ਗਈ। ਸ਼ਬਦ ਨਵੀਨੀ ਇੱਕਦਮ ਵੇਖ ਕੇ ਦੰਗ ਹੋ ਗਏ। ਦਿਨ ਥੋਰਨ ਮੈਂ ਪੱਕ ਗਈ ਸੋ, ਥੋੜੇ ਦਿਨਾਂ ਦੇ ਵਿੱਚ ਹੀ ਪੱਕ ਕੇ ਤਿਆਰ ਹੋ ਗਈ। ਭਏ ਪ੍ਰਸੰਨ ਹਿਰਦੈ ਸਭ ਕੋ, ਸਾਰੇ ਪ੍ਰਸੰਨ ਹੋ ਗਏ, ਖੇੜੇ ਵਿੱਚ ਆ ਗਏ। ਪਾਹੁਲ ਪਗ ਕੀ ਸਭ ਨੈ ਲੀਨੀ, ਸਭ ਨੇ ਗੁਰੂ ਚਰਨਾਂ ਦੀ ਪਾਹੁਲ ਲਈ। ਭਾਉ ਭਗਤ ਮੈਂ ਸ਼ੁਭ ਮਤ ਭੀਨੀ, ਪ੍ਰੇਮਾ ਭਗਤੀ ਵਿੱਚ ਇਹਨਾਂ ਦੀ ਮਤ ਭਿੱਜ ਗਈ। ਸਿੱਖੀ ਮਾਰਗ ਮੈਂ ਪਗ ਧਰ ਕੇ, ਸਭ ਨੇ ਸਿੱਖੀ ਦਾ ਮਾਰਗ ਗ੍ਰਹਿਣ ਕੀਤਾ। ਪ੍ਰਭ ਕੋ ਗੁਰ ਕੀਏ ਸੁਖਦ ਵਿਚਰ ਕੇ, ਸਤਿਗੁਰੂ ਜੀ ਨੂੰ ਆਪਣਾ ਗੁਰੂ ਰੂਪ ਕਰਕੇ, ਪਰਮੇਸ਼ਰ ਰੂਪ ਕਰਕੇ ਜਾਣਿਆ। ਧਰਮਸਾਲ ਇੱਕ ਰੁਚਿਰ ਬਣਾਈ, ਸੋਹਣੀ ਧਰਮਸ਼ਾਲਾ ਨਗਰ ਚ ਬਣਾਈ, ਸੰਤ ਸੁਮਤ ਤੇ ਕੀਰਤ ਗਾਈ। ਜਿੱਥੇ ਸੰਤ ਜਨ ਇਕੱਤਰ ਹੋ ਕੇ ਕੀਰਤੀ ਕਰਦੇ ਨੇ ਪਰਮੇਸ਼ਰ ਦੀ। ਬੈਠ ਸਰਬ ਮੈਂ ਕਿਰਪਾ ਨਿਧਾਨਾ, ਸਾਰਿਆਂ ਵਿੱਚ ਬੈਠ ਕੇ ਕਿਰਪਾ ਨਿਧਾਨ ਸਤਿਗੁਰੂ ਜੀ। ਸ਼੍ਰੀ ਮੁਖ ਤੇ ਅਸ ਬਚਨ ਬਖਾਨਾ, ਪਾਤਸ਼ਾਹ ਮੁਖੋਂ ਬੋਲੇ ਕਹਿਣ ਲੱਗੇ, ਅਬ ਤੇ ਅੰਨ ਅਟੁੱਟ ਇਸ ਦੇਸ਼ਾ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਸ ਦੇਸ਼ ਵਿੱਚ ਅਟੁੱਟ ਅੰਨ ਹੋਵੇਗਾ। ਕਬ ਦੁਕਾਲ ਕੋ ਹੋਏ ਨਾ ਲੇਸ਼ਾ, ਹੁਣ ਨਹੀਂ ਤੁਹਾਡੇ ਦੇਸ਼ ਵਿੱਚ ਕਦੇ ਕਾਲ ਪੈਣ ਲੱਗਾ। ਪਾਹਨ ਤੇ ਪਾਵਕ ਪੁਨ ਝਾਰੀ। ਮਹਾਰਾਜ ਜੀ ਕਹਿੰਦੇ ਪੱਥਰ ਨਾਲ ਪੱਥਰ ਰਗੜੋ, ਇਹਦੇ ਵਿੱਚ ਅਗਨੀ ਵੀ ਪ੍ਰਚੰਡ ਹੋ ਜਾਵੇਗੀ। ਦੂਜੀ ਦਾਤ ਤੁਹਾਨੂੰ ਅਗਨੀ ਦੀ ਵੀ ਦੇਣ ਲੱਗੇ ਆ। ਕਾਸ਼ਟ ਸੋ ਕਰ ਦੀਨ ਬਿਥਾਰੀ। ਮਹਾਰਾਜ ਜੀ ਨੇ ਉੱਥੇ ਲੱਕੜੀਆਂ ਮੰਗਾ ਲਈਆਂ, ਅਗਨੀ ਪ੍ਰਚੰਡ ਕਰਕੇ ਅਗਨੀ ਵੀ ਇਹਨਾਂ ਨੂੰ ਬਖਸ਼ ਦਿੱਤੀ। ਲੈ ਕੇ ਸਭਨ ਹਰਖ ਉਰ ਧਰਿਓ, ਬੜੇ ਪ੍ਰਸੰਨ ਤੇ ਖੇੜੇ ਵਿੱਚ ਆਏ। ਸ੍ਰੀ ਸਤਿਗੁਰ ਕੋ ਸੁਜਾ ਸਿਓ ਚਰਿਓ। ਸਤਿਗੁਰਾਂ ਦੀ ਸੋਭਾ ਕਰਨ ਲੱਗੇ। ਕਿਤੇ ਜਿੱਥੇ ਅੰਨ ਹੁੰਦਾ ਹੀ ਨਹੀਂ ਸੀ, ਉੱਥੇ ਮਹਾਰਾਜ ਜੀ ਦੇ ਲੰਗਰ ਚੱਲ ਪਏ। ਅੰਨ ਅਗਨ ਦਉ ਤੈ ਨਾਹੀ, ਜਿੱਥੇ ਅੰਨ ਤੇ ਅਗਨ ਦੋਵੇਂ ਹੀ ਨਹੀਂ ਸਨ। ਇਹ ਬਿਦ ਸ੍ਰੀ ਗੁਰ ਦੀਨ ਤਹਾਹੀ। ਪਾਤਸ਼ਾਹ ਨੇ ਦੋਵੇਂ ਹੀ ਦਾਤਾਂ ਇਹਨਾਂ ਨੂੰ ਬਖਸ਼ ਦਿੱਤੀਆਂ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਇਹਨਾਂ ਨੂੰ ਨਾਮ ਦਾਨ ਇਸ਼ਨਾਨ ਤਿੰਨੇ ਹੀ ਦ੍ਰਿੜ ਕਰਵਾਏ। ਭਾਉ ਭਗਤ ਕੋ ਪੰਥ ਚਲਾਇਓ, ਔਰ ਪ੍ਰੇਮਾ ਭਗਤੀ ਦੇ ਪੰਥ ਤੇ ਟੋਰਿਆ। ਕਿਤਕ ਦਿਵਸ ਰਹਿ ਕਰ ਜਗਤੇਸ਼ਾ, ਕੁਝ ਦਿਨ ਸਤਿਗੁਰੂ ਜੀ ਇੱਥੇ ਰਹੇ। ਚੱਲ ਬੇ ਤਿਆਰ ਭਏ ਸੁਭ ਬੇਸ਼ਾ। ਪਾਤਸ਼ਾਹ ਇੱਥੋਂ ਚੱਲਣ ਦੀ ਤਿਆਰੀ ਕੀਤੀ। ਸਰਬ ਲੋਕ ਮਿਲ ਕੇ ਤਬ ਆਏ, ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਆ ਗਏ। ਹੋਏ ਦੀਨ ਮਨ ਬੈਨ ਸੁਨਾਏ। ਦੀਨ ਮਨੇ ਹੋ ਕੇ ਬੋਲੇ ਕਹਿਣ ਲੱਗੇ, ਧੰਨ ਭਾਗ ਇਹ ਸਭੈ ਜੇ ਲੋਕਾ। ਮਹਾਰਾਜ ਜੀ ਸਾਡੇ ਧੰਨ ਭਾਗ ਹਨ, ਆਪ ਜੀ ਦੇ ਦਰਸ਼ਨ ਹੋਏ ਨੇ। ਜਾਂ ਤੇਰਾ ਵਰ ਦਰਸ਼ ਬਿਲੋਕਾ, ਆਪ ਜੀ ਦੇ ਦੀਦਾਰ ਹੋਏ ਨੇ, ਸਾਡੇ ਇਹੋ ਭਾਗ ਹਨ। ਲੋਕ ਪਰਲੋਕੈ ਕੋ ਸੁਖ ਦੀਨੋ, ਆਪ ਜੀ ਨੇ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁਖ ਬਖਸ਼ ਦਿੱਤੇ ਨੇ। ਸ਼੍ਰੀ ਹਰਿ ਕੋ ਤੁਮਰੋ ਤਨ ਚੀਨੋ, ਮਹਾਰਾਜ ਤੁਸੀਂ ਆਪ ਹੀ ਹਰੀ ਹੋ, ਪਰਮੇਸ਼ਰ ਹੋ। ਸਭਨ ਕੋ ਧੀਰਜ ਦੇ ਸੁਆਮੀ, ਸਭ ਨੂੰ ਧੀਰਜ ਦੇ ਕਰਕੇ ਕਮਨ ਕੀਓ ਪੁਨ ਅੰਤਰ ਜਾਮੀ। ਅੰਤਰਯਾਮੀ ਸਤਿਗੁਰੂ ਜੀ ਇੱਥੇ ਅੱਗੇ ਵਧੇ ਹਨ, ਹੋਰ ਅਨੇਕਾਂ ਜੀਵਾਂ ਦੀ ਕਲਿਆਣ ਕਰ ਰਹੇ ਹਨ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਧੰਨ ਨਾਨਕ ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ। ਨਾਨਕ ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ। ਧਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣਤਾ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਮੇ, ਹੇ ਅਪਰੰਪਰ ਹਰ ਹਰੇ, ਹੈ ਪੀਓ ਬਨਹਾਰ, ਹੇ ਸੰਤਹਿ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਹੋਈਐ ਪਰੋ, ਆਏ ਪ੍ਰਭ ਸ਼ਰਣਾਗਤੀ, ਪਾਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਹੋ ਤਨਹਾਰ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਦਾ ਕਰ ਸੇਵੰਦੇ, ਪਾਰ ਤਾਰਨਹਾਰ, ਵਾਹਿਗੁਰੂ ਨਾਮ ਜਹਾਜ ਹੈ, ਸੋ ਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਪਾਰ ਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।